Respected officers, good morning. I'm Dr. Harpreet. I hope you all are fit and fine and taking all the necessary precautions in these tough times. So today I'm going to present to you another video book in the series of video book that I'm presenting uh, on the various topics covered under the GST law. So today our point of discussion is valuation under GST. And before I begin, I just want you all to have few pages with you and pen so that you can jot down as we go ahead in the video book. And like always, the entire content of the video book is in Punjabi language only. So wherever I don't find the suitable Punjabi word, then only I'll be using the English language. Otherwise, it is going to be entire content will be in Punjabi only. So let's begin with the valuation under GST. So if we see the valuation under GST, it is covered under section 15, and then there are rules from rule number 27 to 35, right? So what we will do is, first of all, we will discuss the section 15, and then we will go from the rules from 27 to 35. ਸੋ ਵੈਲਿਊਏਸ਼ਨ ਜਿਹੜੀ ਹੈਗੀ ਹੈ, ਜੇ ਆਪਾਂ ਸੈਕਸ਼ਨ 15 ਦੇਖੀਏ ਤਾਂ ਸੈਕਸ਼ਨ 15 'ਚ ਸਭ ਤੋਂ ਪਹਿਲਾਂ ਉਹ ਗੱਲ ਕਰਦੇ ਹੈਗੇ ਨੇ ਟ੍ਰਾਂਜੈਕਸ਼ਨ ਵੈਲਿਊ ਦੀ। ਇੱਕ ਸਪਲਾਈ ਹੋਈ, ਉਹਦੀ ਟ੍ਰਾਂਜੈਕਸ਼ਨ ਵੈਲਿਊ ਹੈ, ਉਸ ਨੂੰ ਅਸੀਂ ਵੈਲਿਊ ਆਫ ਸਪਲਾਈ ਮੰਨ ਸਕਦੇ ਹਾਂ, ਪਰ ਉਹਦੇ 'ਚ ਉਹਨਾਂ ਨੇ ਦੋ ਸ਼ਰਤਾਂ ਰੱਖੀਆਂ। ਉਹ ਸ਼ਰਤਾਂ ਕੀ ਨੇ? ਪਹਿਲੀ, ਕਿ ਉਹ ਟ੍ਰਾਂਜੈਕਸ਼ਨ ਵੈਲਿਊ ਉਹਦੀ ਸੋਲ ਕੰਸੀਡਰੇਸ਼ਨ ਹੋਵੇ। ਦੂਸਰੀ, ਉਸ ਪੂਰੀ ਸਪਲਾਈ ਦੇ ਅੰਦਰ ਡਿਸਟਿੰਕਟ ਪਰਸਨਸ ਜਾਂ ਰਿਲੇਟਡ ਪਰਸਨਸ ਇਨਵੋਲਵਡ ਨਾ ਹੋਣ। ਮੈਂ ਦੁਬਾਰਾ ਰਿਪੀਟ ਕਰਦਾ, ਅਸੀਂ ਵੈਲਿਊਏਸ਼ਨ ਸ਼ੁਰੂ ਕੀਤਾ ਅੰਡਰ GST, ਸੈਕਸ਼ਨ 15 'ਚ ਸ਼ੁਰੂ ਕੀਤਾ। ਟ੍ਰਾਂਜੈਕਸ਼ਨ ਵੈਲਿਊ ਇੱਕ ਸਪਲਾਈ ਦੀ ਵੈਲਿਊ ਆਫ ਸਪਲਾਈ ਹੋ ਸਕਦੀ ਹੈ ਜੇ ਦੋ ਸ਼ਰਤਾਂ ਹੋਣ ਵਿੱਚ। ਪਹਿਲੀ ਸ਼ਰਤ ਇਹ ਹੈ ਕਿ ਉਹ ਟ੍ਰਾਂਜੈਕਸ਼ਨ ਵੈਲਿਊ ਜਿਹੜੀ ਹੈਗੀ ਹੈ ਉਹ ਸੋਲ ਕੰਸੀਡਰੇਸ਼ਨ ਹੋਵੇ, ਠੀਕ ਹੈ। ਦੂਸਰੀ ਸ਼ਰਤ ਹੈਗੀ ਹੈ ਕਿ ਉਸ ਪੂਰੀ ਸਪਲਾਈ ਦੇ ਅੰਦਰ ਡਿਸਟਿੰਕਟ ਪਰਸਨ ਜਾਂ ਰਿਲੇਟਡ ਪਰਸਨਸ ਇਨਵੋਲਵ ਨਾ ਹੋਣ, ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਕਿ ਇਹ ਕਿਉਂ ਇੱਦਾਂ ਹੈਗਾ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਮੈਂ ਫੋਨ ਖਰੀਦਣਾ ਸੀ ਨਵਾਂ, ਮੈਂ ਸੈਕਟਰ 35 ਗਿਆ, ਮੈਂ ਇੱਕ ਫ਼ੋਨ ਚੂਜ਼ ਕੀਤਾ। ਫ਼ੋਨ ਦੀ ਵੈਲਿਊ ਸੀਗੀ 15,000 ਰੁਪੀਜ਼। ਮੈਂ ਉਹਨੂੰ ਕਿਹਾ ਯਾਰ ਮੇਰਾ ਪੁਰਾਣਾ ਫ਼ੋਨ ਹੈਗਾ, ਇਹਨੂੰ ਐਡਜਸਟ ਕਰ ਲੈ ਵਿੱਚ। ਉਹਨੇ ਮੇਰਾ ਫ਼ੋਨ ਇੰਸਪੈਕਟ ਕੀਤਾ, ਉਹ ਕਹਿੰਦਾ ਜੀ ਤੁਹਾਡਾ ਜਿਹੜਾ ਫ਼ੋਨ ਹੈ ਮੈਂ 5,000 ਦਾ ਰੱਖ ਲਾਂਗਾ, ਠੀਕ ਹੈ। ਸੋ ਟ੍ਰਾਂਜੈਕਸ਼ਨ ਕੀ ਹੋਈ? 5,000 ਦਾ ਮੈਂ ਉਹਨੂੰ ਫ਼ੋਨ ਦੇ ਦਿੱਤਾ, 15,000 ਦਾ ਮੈਂ ਫ਼ੋਨ ਲਿੱਤਾ ਅਤੇ ਪੈਸੇ ਦਿੱਤੇ 10,000 ਰੁਪਏ। So in this case, transaction value is not the sole consideration because I have paid by two ways. One by a second hand phone ਮੈਨੂੰ ਦਿੱਤਾ ਅਤੇ ਇੱਕ ਉਹਨੂੰ ਮੈਂ ਕੈਸ਼ ਦਿੱਤਾ। ਤਾਂ ਕਰਕੇ ਕਿਹਾ ਗਿਆ ਕਿ ਜਿੱਥੇ ਸੋਲ ਕੰਸੀਡਰੇਸ਼ਨ ਹੈਗੀ ਹੈ ਟ੍ਰਾਂਜੈਕਸ਼ਨ ਵੈਲਿਊ ਹੀ, ਉੱਥੇ ਉਹਨੂੰ ਵੈਲਿਊ ਆਫ ਸਪਲਾਈ ਮੰਨਿਆ ਜਾ ਸਕਦਾ ਹੈ। ਕਲੀਅਰ? ਸੈਕਿੰਡ, ਰਿਲੇਟਡ ਪਰਸਨ ਅਤੇ ਡਿਸਟਿੰਕਟ ਪਰਸਨਸ ਦੇ ਕੇਸਿਸ ਕੀ ਹੁੰਦਾ ਹੈ ਕਿ ਇਹ ਲੋਕ ਟ੍ਰਾਂਜੈਕਸ਼ਨ ਵੈਲਿਊ ਨੂੰ ਮੈਨੀਪੂਲੇਟ ਕਰ ਸਕਦੇ ਨੇ, which can lead to tax evasion. Hence ਇਹ ਵੀ ਸ਼ਰਤ ਰੱਖੀ ਗਈ ਕਿ ਜਿੰਨਾ ਸਪਲਾਈਜ਼ ਦੇ ਅੰਦਰ ਰਿਲੇਟਡ ਪਰਸਨ ਜਾਂ ਡਿਸਟਿੰਕਟ ਪਰਸਨ ਇਨਵੋਲਵ ਨੇ, ਉਹਦੇ ਅੰਦਰ ਟ੍ਰਾਂਜੈਕਸ਼ਨ ਵੈਲਿਊ ਨੂੰ ਵੈਲਿਊ ਆਫ ਸਪਲਾਈ ਮੰਨਿਆ ਨਹੀਂ ਜਾ ਸਕਦਾ। ਇੰਨਾ ਕਲੀਅਰ ਹੋ ਗਿਆ? ਹੁਣ ਆਪਾਂ ਅੱਗੇ ਵਧਦੇ ਹਾਂ। ਵੈਲਿਊ ਆਫ ਸਪਲਾਈ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਐਡ ਹੋਣਗੀਆਂ? ਵੈਲਿਊ ਆਫ ਸਪਲਾਈ 'ਚ 5 ਚੀਜ਼ਾਂ ਐਡ ਹੋਣਗੀਆਂ। ਪਹਿਲੀ, ਸਾਰੇ ਉਹ ਫੀਸ ਡਿਊਟੀਜ਼ ਐਕਸੈਪਟ ਜਿਹੜੀਆਂ GST 'ਚ ਲੱਗਦੀਆਂ, ਯਾਨੀ ਕਿ UT GST, SGST, CGST, IGST ਐਂਡ ਸੈਸ, ਇਹਨਾਂ ਸਾਰਿਆਂ ਨੂੰ ਛੱਡ ਦਿਓ। ਇਸ ਤੋਂ ਇਲਾਵਾ ਕੋਈ ਵੀ ਜੇ ਐਪਲੀਕੇਬਲ ਹੈ ਤਾਂ ਉਹ ਵੈਲਿਊ ਆਫ ਸਪਲਾਈ 'ਚ ਐਡ ਹੋਏਗਾ। ਦੂਸਰਾ, ਕੋਈ ਇਹੋ ਜਿਹਾ ਖਰਚਾ ਜਿਹੜਾ ਕਰਨਾ ਤਾਂ ਸਪਲਾਇਰ ਨਹੀਂ ਸੀ ਪਰ ਕੀਤਾ ਰਸੀਪੀਐਂਟ ਨੇ, ਉਹ ਇਹਦੇ ਅੰਦਰ ਐਡ ਹੋਏਗਾ ਵੈਲਿਊ ਆਫ ਸਪਲਾਈ 'ਚ, ਠੀਕ ਹੈ। ਤੀਸਰਾ, ਇੰਸੀਡੈਂਟਲ ਐਕਸਪੈਂਸਿਸ ਜਿਹੜੇ ਹੋਏ ਡਿਊਰਿੰਗ ਦਾ ਸਪਲਾਈ, ਉਹ ਉਹਦੇ ਅੰਦਰ ਐਡ ਹੋਣਗੇ, ਠੀਕ ਹੈ। ਚੌਥਾ, ਲੇਟ ਫੀ, ਪੈਨਲਟੀ ਜਾਂ ਇੰਟਰਸਟ ਜਿਹੜਾ ਕਿ ਪੇ ਕੀਤਾ ਰਿਸੀਪੀਐਂਟ ਨੇ ਟੂ ਦਾ ਸਪਲਾਇਰ, ਉਹ ਸਾਰਾ ਵੈਲਿਊ ਆਫ ਸਪਲਾਈ 'ਚ ਐਡ ਹੋਏਗਾ। ਫਿਫਥ, all kinds of subsidies except given by the central government or state government, ਉਹ ਸਾਰੀਆਂ ਵੈਲਿਊ ਆਫ ਸਪਲਾਈ 'ਚ ਐਡ ਹੋਣਗੀਆਂ।
ਇਹ 5 ਕੰਡੀਸ਼ਨਸ ਨੇ ਜਿਹੜੀਆਂ ਵੈਲਿਊ ਆਫ ਸਪਲਾਈ 'ਚ ਐਡ ਹੋਣਗੀਆਂ। ਹੁਣ ਆਪਾਂ ਇਕੱਲੀ ਇਕੱਲੀ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੀਤਾ all the taxes, duties except that are levied under GST Act ਉਹ ਸਾਰੀਆਂ ਵਿੱਚ ਐਡ ਹੋਣਗੀਆਂ। ਇਹ 'ਚ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਇੱਕ। ਆਪਾਂ ਮੰਨੀਏ ਕਿ ਐਵੇਂ ਜਸਟ ਮੰਨਣ ਵਾਸਤੇ ਮੰਨੀਏ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਸਿਨੇਮਾ ਹਾਲਸ 'ਤੇ ਇੱਕ ਐਂਟਰੀ ਟੈਕਸ ਲਾਤਾ 10 ਰੁਪੀਜ਼ ਪਰ ਟਿਕਟ, ਠੀਕ ਹੈ। ਸੋ ਜਦੋਂ ਮੈਂ ਸਿਨੇਮਾ ਹਾਲ ਗਿਆ, ਆਈ ਬੌਟ ਅ ਟਿਕਟ ਆਫ 100 ਰੁਪੀਜ਼, ਉੱਤੇ 10 ਰੁਪਏ ਉੱਪਰ ਉਹਨੇ ਐਡ ਕਰਤਾ ਸਿਨੇਮਾ ਹਾਲ ਐਂਟਰੀ ਟੈਕਸ। ਸੋ ਹੁਣ ਜਿਹੜੀ ਵੈਲਿਊ ਹੈਗੀ ਹੈ ਆਫ ਸਪਲਾਈ ਉਹ 110 ਰੁਪਏ ਹੈ, 100 ਰੁਪਏ ਨਹੀਂ ਹੈ, ਉਹ ਟੈਕਸ ਵਿੱਚ ਐਡ ਹੋਏਗਾ। ਪਰ ਇਸ ਵੈਲਿਊ ਦੇ ਅੰਦਰ UTGST, CGST, SGST, ਸੈਸ ਵਗੈਰਾ ਐਡ ਨਹੀਂ ਹੋਏਗਾ। ਕਲੀਅਰ। ਦੂਸਰਾ, ਖਰਚਾ ਕਰਨਾ ਸੀਗਾ ਸਪਲਾਇਰ ਨੇ ਪਰ ਕੀਤਾ ਰਸੀਪੀਐਂਟ ਨੇ, ਉਹ ਜਿਹੜਾ ਹੈਗਾ ਐਕਸਪੈਂਸ ਉਹ ਵੈਲਿਊ 'ਚ ਐਡ ਹੋਏਗਾ। ਇਹਦੀ ਐਗਜ਼ਾਮਪਲ ਕੀ ਹੈ? ਮੰਨੋ ਕਿ ਰਸੀਪੀਐਂਟ ਨੇ ਸਪਲਾਇਰ ਨਾਲ ਕੰਟਰੈਕਟ ਕੀਤਾ ਕਿ ਜੀ ਤੁਸੀਂ ਮੈਨੂੰ ਮੇਰੇ ਫੈਕਟਰੀ ਦੇ ਗੇਟ ਦੇ ਬਾਹਰ ਗੁੱਡਸ ਡਿਲੀਵਰ ਕਰੋਗੇ, ਸਾਰਾ ਖਰਚਾ ਤੁਸੀਂ ਕਰਨਾ ਹੈ, ਮੈਂ ਤੁਹਾਨੂੰ ਫਾਈਨਲ ਪੇਮੈਂਟ ਦਊਂਗਾ, ਠੀਕ ਹੈ। ਬਾਅਦ 'ਚ ਹੋਇਆ ਕਿ ਸਪਲਾਇਰ ਨੇ ਇੱਕ ਟਰਾਂਸਪੋਰਟੇਸ਼ਨ ਹਾਇਰ ਕਰਕੇ ਉਹਨੂੰ ਇਹ ਕਿਹਾ ਕਿ ਤੁਸੀਂ ਇਹ ਜਿਹੜਾ ਫਰੇਟ ਹੈਗਾ ਇਹ ਰਸੀਪੀਐਂਟ ਤੋਂ ਚਾਰਜ ਕਰ ਲਿਓ, ਠੀਕ ਹੈ। ਉਸ ਕੇਸ ਦੇ ਅੰਦਰ ਉਹ ਜਿਹੜੀ ਵੈਲਿਊ ਹੈਗੀ ਉਹ ਵਿੱਚ ਐਡ ਹੋਏਗੀ। ਕਲੀਅਰ। ਥਰਡ, ਇਨਸੀਡੈਂਟਲ ਐਕਸਪੈਂਸਿਸ। ਮੰਨੋ ਮੈਂ 100 ਸ਼ਰਟਸ ਦਾ ਆਰਡਰ ਦਿੱਤਾ ਫਰੋਮ ਦਿੱਲੀ, ਆਈ ਐਮ ਸਿਟਿੰਗ ਇਨ ਚੰਡੀਗੜ੍ਹ, ਤਾਂ ਉਹ ਜਦੋਂ ਸ਼ਰਟਸ ਡਿਲੀਵਰ ਹੋਣਗੀਆਂ ਤਾਂ ਉਹ ਇਕੱਲੀਆਂ ਸ਼ਰਟਸ ਉਹਨਾਂ ਡਿਲੀਵਰ ਹੋਣਗੀਆਂ, ਉਹ 'ਚ ਪੈਕੇਜਿੰਗ ਹੋਏਗੀ, ਹੈ ਨਾ, ਲੇਬਲਿੰਗ ਹੋਏਗੀ, ਫਿਰ ਕੋਈ ਕੋਰੀਅਰ ਹੋਏਗਾ, ਕੁਛ ਹੋਏਗਾ। ਸੋ ਉਹ ਜਿਹੜੇ ਸਾਰੇ ਇਨਸੀਡੈਂਟਲ ਐਕਸਪੈਂਸਿਸ ਹੋਣਗੇ ਦੇ ਵਿਲ ਬੀ ਪਾਰਟ ਆਫ ਦ ਵੈਲਿਊ ਆਫ ਸਪਲਾਈ, ਠੀਕ ਹੈ। ਦੈਨ ਨੈਕਸਟ ਇਜ਼ ਕੋਈ ਲੇਟ ਫੀ, ਪੈਨਲਟੀ ਜਾਂ ਇੰਟਰਸਟ ਰਸੀਪੀਐਂਟ ਨੇ ਪੇ ਕੀਤਾ ਟੂ ਦ ਸਪਲਾਇਰ ਫॉर द डिले इन द पेमेंट, ठीक है, ਤਾਂ ਉਹ ਜਿਸ ਸਪਲਾਈ ਨਾਲ ਉਹ ਬਿਲੋਂਗ ਕਰਦੇ ਆ ਉਸ ਸਪਲਾਈ ਦੇ ਅੰਦਰ ਉਹ ਵੈਲਿਊ ਐਡ ਹੋਏਗੀ। ਕਲੀਅਰ। ਨੈਕਸਟ ਲਾਸਟ ਵਨ, ਸਬਸਿਡੀ। ਕਿਸੇ ਵੀ ਤਰ੍ਹਾਂ ਦੀ ਸਬਸਿਡੀ ਮਿਲੀ ਹੋਵੇ ਐਕਸੈਪਟ ਗਿਵਨ ਬਾय द ਸੈਂਟਰਲ ਗਵਰਨਮੈਂਟ ਔਰ ਸਟੇਟ ਗਵਰਨਮੈਂਟ, ਉਹ ਵੈਲਿਊ ਆਫ ਸਪਲਾਈ 'ਚ ਐਡ ਹੋਏਗੀ। ਸੋ ਇਹ 5 ਕਲੀਅਰ ਹੋ ਗਈਆਂ। ਸਭ ਤੋਂ ਪਹਿਲਾਂ ਟੈਕਸ ਵਾਲਾ ਐਕਸੈਪਟ GST, ਦੂਸਰਾ ਖਰਚਾ ਕਰਨਾ ਸੀ ਸਪਲਾਇਰ ਨੇ ਕੀਤਾ ਰਸੀਪੀਐਂਟ ਨੇ, ਤੀਸਰਾ ਇੰਸੀਡੈਂਟਲ ਐਕਸਪੈਂਸਿਸ, ਚੌਥਾ ਲੇਟ ਫੀ ਜਾਂ ਇੰਟਰਸਟ ਜਾਂ ਪੈਨਲਟੀ ਪੇ ਕੀਤੀ ਰਸੀਪੀਐਂਟ ਨੇ ਸਪਲਾਇਰ ਨੂੰ, ਪੰਜਵਾਂ ਆਲ ਕਾਈਂਡ ਆਫ ਸਬਸਿਡੀਜ਼ ਐਕਸੈਪਟ ਬਾय द ਸੈਂਟਰਲ ਐਂਡ ਸਟੇਟ ਗਵਰਨਮੈਂਟ, ਠੀਕ ਹੈ। ਹੁਣ ਆਪਾਂ ਅੱਗੇ ਕਿਹੜੀਆਂ ਚੀਜ਼ਾਂ ਐਕਸਕਲੂਡ ਕਰਨੀਆਂ? ਐਕਸਕਲੂਡ ਕਰਨੇ ਨੇ ਡਿਸਕਾਊਂਟਸ। ਹੁਣ ਡਿਸਕਾਊਂਟ ਦੋ ਤਰ੍ਹਾਂ ਦੇ ਹੋਣਗੇ। ਇੱਕ ਡਿਸਕਾਊਂਟ ਤਾਂ ਉਹ ਹੈ ਕਿ ਜਦੋਂ ਸਪਲਾਇਰ ਨੇ ਸਪਲਾਈ ਕੀਤੀ ਤਾਂ ਉਦੋਂ ਹੀ ਉਹਨੇ ਜਿਹੜਾ ਆਪਣਾ ਇੱਕ ਟੈਕਸੇਬਲ ਇਨਵੋਇਸ ਬਣਾਇਆ ਉੱਥੇ ਉਹਨੇ ਲਿਖਤਾ 30% ਡਿਸਕਾਊਂਟ, ਥੱਲੇ ਕੱਟ ਕੇ ਉਹਨੇ ਉਹਦਾ ਵੈਲਿਊ ਬਣਾਤੀ, ਉਹ ਵੈਲਿਊ ਆਫ ਸਪਲਾਈ 'ਚੋਂ ਨਿਕਲੇਗਾ, ਠੀਕ ਹੈ। ਉਹ ਡਿਸਕਾਊਂਟ ਵੈਲਿਊ ਸਪਲਾਈ 'ਚੋਂ ਮਾਈਨਸ ਹੋਏਗਾ। ਦੂਸਰਾ ਹੈ ਕੋਈ ਜਿਵੇਂ ਬਲਕ ਡਿਸਕਾਊਂਟ ਨੇ, ਹੈ ਨਾ, ਕਿ ਤੁਸੀਂ ਸਾਡੇ ਤੋਂ ਜਦੋਂ 1000 ਟੀ-ਸ਼ਰਟਸ ਚੱਕ ਲਓਗੇ ਤਾਂ ਤੁਹਾਡਾ ਅਸੀਂ 5% ਡਿਸਕਾਊਂਟ ਦੇ ਦਾਂਗੇ, ਜਿਵੇਂ ਵੀ ਉਹਨਾਂ ਦਾ ਐਗਰੀਮੈਂਟ ਹੋਏਗਾ ਆਪਸ 'ਚ ਨਾ। ਉਹ ਜਿਹੜੇ ਡਿਸਕਾਊਂਟ ਨੇ ਉਹ ਇਨੀਸ਼ੀਅਲ ਸਪਲਾਈਜ਼ ਤੋਂ ਬਾਅਦ ਹੋਣਗੇ, ਜਦੋਂ ਉਹ 1000 ਟੀ-ਸ਼ਰਟ ਚੱਕ ਲੂਗਾ ਤਾਂ ਉਹਨਾਂ ਕੇਸਾਂ 'ਚ ਵੀ ਵੈਲਿਊ ਆਫ ਸਪਲਾਈ ਮਾਈਨਸ ਹੋਏਗੀ, ਡਿਸਕਾਊਂਟ ਮਾਈਨਸ ਹੋਏਗਾ ਵੈਲਿਊ ਆਫ ਸਪਲਾਈ 'ਚੋਂ। ਪਰ ਉਹ 'ਚ ਦੋ ਸ਼ਰਤਾਂ ਨੇ। ਪਹਿਲੀ ਸ਼ਰਤ ਇਹ ਹੈ ਕਿ ਉਹ ਸਪਲਾਈਜ਼ ਹੋਣ ਤੋਂ ਪਹਿਲਾਂ ਸਪਲਾਇਰ ਤੇ ਰਸੀਪੀਐਂਟ ਦਾ ਆਪਸ 'ਚ ਉਹ ਇੱਕ ਐਗਰੀਮੈਂਟ ਹੋਵੇ, ਪਹਿਲੀ ਗੱਲ। ਦੂਜੀ ਗੱਲ, ਜਦੋਂ ਉਹ ਵੈਲਿਊ ਘਟੇਗੀ ਤਾਂ ITC ਵੀ ਘਟੇਗਾ, ਤਾਂ ਰਸੀਪੀਐਂਟ ਉਹਨਾਂ ITC ਆਪਣੀ ਅਕਾਊਂਟ ਬੁੱਕਸ 'ਚ ਰਿਵਰਸ ਕਰੇਗਾ, ਠੀਕ ਹੈ। ਇਹ ਦੋ ਸ਼ਰਤਾਂ ਹੋ ਗਈਆਂ ਡਿਸਕਾਊਂਟ, ਜਦੋਂ ਡਿਸਕਾਊਂਟ ਆਫਟਰ ਸਪਲਾਈ ਹੋਇਆ, ਪਹਿਲਾ ਐਗਰੀਮੈਂਟ ਪਹਿਲਾਂ ਹੀ ਹੋਵੇ, ਦੂਸਰਾ ITC ਰਿਵਰਸ ਕਰਨਾ, ਠੀਕ ਹੈ। ਫਿਰ ਆਪਾਂ ਆ ਗਏ 15(4), ਜਿਹੜਾ ਸੈਕਸ਼ਨ 15 ਸਬਸੈਕਸ਼ਨ 4 ਹੈ, ਉਹ ਕਹਿੰਦਾ ਹੈਗਾ ਕਿ ਜੇ ਸਬਸੈਕਸ਼ਨ 1 ਜਿਹੜਾ ਟ੍ਰਾਂਜੈਕਸ਼ਨ ਵਾਲੇ ਆਪਾਂ ਕੱਢਿਆ ਜੋ ਸ਼ਰਤਾਂ ਸੀਗੀਆਂ, ਜੇ ਉਹਦੇ ਅੰਦਰ ਕੋਈ ਟ੍ਰਾਂਜੈਕਸ਼ਨਸ ਦੀ ਵੈਲਿਊ ਨਹੀਂ ਪਤਾ ਲੱਗਦੀ ਤਾਂ ਉਹਨਾਂ ਦੀ ਐਜ਼ ਪ੍ਰਿਸਕ੍ਰਾਈਬ ਮੈਨਰ ਵੈਲਿਊ ਦੇਖੀ ਜਾਏਗੀ। ਉਹ ਜਿਹੜੀਆਂ ਸਾਰੇ ਪ੍ਰਿਸਕ੍ਰਾਈਬ ਮੈਨਰ ਨੇ ਉਹ ਰੂਲਸ ਦਿੱਤੇ ਹੋਏ ਨੇ, ਰੂਲ ਨੰਬਰ 27 to 35 ਸਾਰੇ ਡਿਟੇਲਸ ਪੜਾਂਗੇ, ਠੀਕ ਹੈ।
ਦੈਨ ਜਿਹੜਾ ਲਾਸਟ ਸਬਸੈਕਸ਼ਨ ਹੈਗਾ ਸੈਕਸ਼ਨ 15 ਦਾ, ਇਟ ਗਿਵਸ ਪਾਵਰ ਟੂ ਦ ਸਟੇਟ ਗਵਰਨਮੈਂਟ, ਸੌਰੀ ਟੂ ਦ ਗਵਰਨਮੈਂਟ ਟੂ ਨੋਟੀਫਾਈ ਵੈਲੂਏਸ਼ਨ ਰੂਲਸ ਇਨ ਕੇਸ ਆਫ ਸਰਟਨ ਗੁੱਡਸ ਐਂਡ ਸਰਵਿਸਿਜ਼। ਜਿਵੇਂ ਉਹ ਚਾਹਣ ਉਹਨਾਂ ਨੂੰ ਨੋਟੀਫਾਈ ਕਰ ਸਕਦੇ, ਠੀਕ ਹੈ, ਇੱਕ ਉਹਨਾਂ ਕੋਲ ਪਾਵਰ ਹੈ, ਠੀਕ ਹੈ। ਹੁਣ ਆਪਾਂ ਆ ਗਏ ਰੂਲਸ ਤੇ। ਰੂਲਸ ਆਪਾਂ ਪਹਿਲਾਂ ਕਰਨਾ ਹੈਗਾ ਰੂਲ ਨੰਬਰ 27। ਰੂਲ ਨੰਬਰ 27 ਹੈਗਾ, it is for all those kinds of transactions where money is not the sole consideration, ਠੀਕ ਹੈ। ਉਹ ਸਾਰੀਆਂ ਟ੍ਰਾਂਜੈਕਸ਼ਨ ਜਿਨ੍ਹਾਂ 'ਚ ਪੈਸਾ ਸੋਲ ਕੰਸੀਡਰੇਸ਼ਨ ਨਹੀਂ ਸੀ, ਉਹਦੇ ਅੰਦਰ ਅਸੀਂ ਵੈਲਿਊ ਆਫ ਸਪਲਾਈ ਕਿੱਦਾਂ ਡਿਟਰਮਿਨ ਕਰਾਂਗੇ। ਉਹਦੇ 'ਚ ਫਿਰ 5 ਸਟੇਜਸ ਨੇ, ਜੇ ਪਹਿਲੀ ਹੈਗੀ ਤਾਂ ਪਹਿਲੀ, ਜੇ ਪਹਿਲੀ ਨਹੀਂ ਤਾਂ ਦੂਜੀ, ਐਦਾਂ। ਸੋ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਇਹਦੀ ਓਪਨ ਮਾਰਕੀਟ ਵੈਲਿਊ ਕੀ ਹੈ, ਠੀਕ ਹੈ। ਜੇ ਓਪਨ ਮਾਰਕੀਟ ਵੈਲਿਊ ਨਹੀਂ ਪਤਾ ਲੱਗ ਸਕਦੀ, ਫਿਰ ਆਪਾਂ ਦੇਖਾਂਗੇ ਕਿ ਜੋ ਕੰਸੀਡਰੇਸ਼ਨਸ ਆਈਆਂ ਉਹਨਾਂ ਦੀ ਮੋਨੀਟਰੀ ਵੈਲਿਊ ਕੀ ਹੈ, ਉਹ ਪਲੇਸ ਵਾਲੇ ਮੰਨ ਲਾਂਗੇ, ਠੀਕ ਹੈ, ਵੈਲਿਊ ਵਾਲੇ ਮੰਨ ਲਾਂਗੇ। ਜੇ ਇਹ ਦੋ ਨਹੀਂ ਹੋ ਰਹੇ, ਫਿਰ ਆਪਾਂ ਦੇਖਾਂਗੇ ਕਿ ਉੱਦਾਂ ਦਾ ਕੋਈ ਸਮਾਨ ਮਾਰਕੀਟ 'ਚ ਵਿਕ ਰਿਹਾ, ਉਹਦੀ ਵੈਲਿਊ ਕੀ ਹੈ, ਉਹ ਮੰਨ ਲਾਂਗੇ। ਜੇ ਉਹ ਵੀ ਪੋਸੀਬਲ ਨਹੀਂ, ਫਿਰ ਆਪਾਂ ਦੇਖਾਂਗੇ ਚੌਥਾ ਕਾਸਟ ਰੂਲ। ਉਹ ਕੀ ਹੈਗਾ ਕਿ ਉਸ ਚੀਜ਼ ਦੀ ਕਾਸਟ ਆਫ ਸਰਵਿਸ, ਸੌਰੀ ਕਾਸਟ ਆਫ ਮੈਨੂਫੈਕਚਰਿੰਗ, ਕਾਸਟ ਆਫ ਐਕੁਜ਼ੀਸ਼ਨ ਜਾਂ ਕਾਸਟ ਆਫ ਪ੍ਰੋਵੀਜ਼ਨ ਕੀ ਹੈ, ਉਹਦੇ ਉੱਤੇ 10% ਹੋਰ ਐਡ ਕਰਕੇ ਉਹਦੀ ਵੈਲਿਊ ਮੰਨ ਲਾਂਗੇ, ਠੀਕ ਹੈ। ਜੇ ਇਹ ਚਾਰ ਚੀਜ਼ਾਂ ਵੀ ਨਹੀਂ ਹੋ ਪਾ ਰਹੀਆਂ, ਫਿਰ ਹੈਗੀ ਰੈਜ਼ੀਡੂਅਲਸ। ਉਹ 'ਚ ਕੀ ਹੈਗਾ ਕਿ ਅਸੀਂ ਆਪਣੀ ਬੇਸਿਕ ਇੰਟੈਲੀਜੈਂਸ ਯੂਜ਼ ਕਰਕੇ, ਜੋ ਇੱਕ ਕਾਮਨ ਬਿਜ਼ਨਸ ਪਾਰਲੈਂਸ ਹੈਗਾ, ਉਹਨੂੰ ਯੂਜ਼ ਕਰਕੇ ਅਸੀਂ ਉਹਦੀ ਇੱਕ ਵੈਲਿਊ ਡਿਫਾਈਨ ਕਰਾਂਗੇ, ਠੀਕ ਹੈ। ਸੋ ਇਹ 5 ਚੀਜ਼ਾਂ ਨੇ ਰੂਲ 27 ਦੇ ਅੰਦਰ। ਬੇਸਿਕਲੀ ਜਿਹੜੇ ਲਾਸਟ ਵਾਲੀਆਂ ਦੋ ਨੇ ਉਹ 30 ਤੇ 31 ਨੇ, ਪਰ ਉਹ ਪਹਿਲਾਂ ਮੈਂ ਤਾਂ ਦੱਸਿਆ ਕਿਉਂਕਿ ਉਹਨਾਂ ਨੇ ਉੱਥੇ ਲਿਖਿਆ ਹੋਇਆ ਹੈ ਕਿ ਜੇ 27, 28, 29 ਦੇ ਅੰਦਰ ਇਹ ਚੀਜ਼ਾਂ ਲਾਗੂ ਨਹੀਂ ਹੁੰਦੀਆਂ ਤਾਂ 30, 31 ਲਾਗੂ ਹੋਣਗੇ। ਸੋ ਅਸੀਂ ਪਹਿਲਾਂ ਹੀ ਉਹਨਾਂ ਨੂੰ ਪੜ੍ਹ ਰਹੇ ਹਾਂ, ਠੀਕ ਹੈ। ਸੋ ਇਨ ਕੇਸ ਆਫ ਵੈਨ ਮਨੀ ਇਜ਼ ਨਾਟ ਦ ਸੋਲ ਕੰਸੀਡਰੇਸ਼ਨ, ਸਭ ਤੋਂ ਪਹਿਲਾਂ ਓਪਨ ਮਾਰਕੀਟ ਵੈਲਿਊ, ਦੈਨ ਮੋਨੀਟਰੀ ਵੈਲਿਊ ਆਫ ਕੰਸੀਡਰੇਸ਼ਨ ਰਿਸੀਵਡ, ਉਸ ਤੋਂ ਬਾਅਦ ਉਸ ਤਰ੍ਹਾਂ ਦੀ ਕੋਈ ਹੋਰ ਲਾਈਕ ਕੁਆਲਿਟੀ ਚੀਜ਼, ਉਹਦੀ ਕੀ ਵੈਲਿਊ ਹੈ, ਦੈਨ ਕਾਸਟ ਪਲੱਸ 10%, ਦੈਨ 5th ਰੈਜ਼ੀਡੂਅਲ ਪਾਵਰ, ਆਪਾਂ ਆਪਣਾ ਬੇਸਿਕ ਐਕੂਮਨ ਯੂਜ਼ ਕਰਾਂਗੇ, ਠੀਕ ਹੈ। ਇਹ ਹੋ ਗਿਆ ਰੂਲ ਨੰਬਰ 27। ਹੁਣ ਆਪਾਂ ਆ ਗਏ ਰੂਲ ਨੰਬਰ 28 ਤੇ। ਰੂਲ ਨੰਬਰ 28 ਹੈਗਾ ਫॉर ਰਿਲੇਟਿਡ ਐਂਡ ਡਿਸਟਿੰਕਟ ਪਰਸਨਸ। ਇਹਨਾਂ 'ਚ ਕਿਵੇਂ ਵੈਲਿਊ ਨਿਕਲੇਗੀ? ਸਭ ਤੋਂ ਪਹਿਲਾਂ ਦੇਖਾਂਗੇ ਓਪਨ ਮਾਰਕੀਟ ਵੈਲਿਊ ਕੀ ਹੈ। ਜੇ ਓਪਨ ਮਾਰਕੀਟ ਵੈਲਿਊ ਨਹੀਂ ਪਤਾ ਲੱਗਦੀ, ਫਿਰ ਆਪਾਂ ਦੇਖਾਂਗੇ ਉਹਦੀ ਲਾਈਕ ਕੁਆਲਿਟੀ ਦੀ ਕੋਈ ਚੀਜ਼ ਹੋਰ ਵਿਕ ਰਹੀ ਮਾਰਕੀਟ, ਤਾਂ ਉਹਦੀ ਵੈਲਿਊ ਕੀ ਹੈ। ਜੇ ਉਹ ਵੀ ਨਹੀਂ ਹੈ ਤਾਂ ਕਾਸਟ ਆਫ ਮੈਨੂਫੈਕਚਰਿੰਗ ਜਾਂ ਕਾਸਟ ਆਫ ਐਕੁਜ਼ੀਸ਼ਨ ਜਾਂ ਕਾਸਟ ਆਫ ਪ੍ਰੋਵੀਜ਼ਨ ਦੇ ਉੱਤੇ 10% ਹੋਰ ਐਡ ਕਰਕੇ ਵੈਲਿਊ ਬਣਾ ਦਾਂਗੇ। ਫਿਰ 4th ਰੈਜ਼ੀਡੂਅਲ, ਆਪਾਂ ਆਪਣਾ ਬਿਜ਼ਨਸ ਐਕੂਮਨ ਜਾਂ ਜੋ ਨਾਰਮਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਆਪਾਂ ਵੈਲਿਊ ਡਿਫਾਈਨ ਕਰਾਂਗੇ, ਠੀਕ ਹੈ। 4 ਹੋ ਗਈਆਂ। ਓਪਨ ਮਾਰਕੀਟ, ਲਾਈਕ ਉੱਦਾਂ ਦਾ ਕੋਈ ਹੋਰ ਸਮਾਨ ਵਿਕਦਾ ਹੋਵੇ, ਕਾਸਟ ਵਾਲਾ 10% ਐਡ ਕਰਤਾ, ਅਤੇ ਲਾਸਟ ਰੈਜ਼ੀਡੂਅਲ। ਇਸ ਤੋਂ ਇਲਾਵਾ ਇੱਕ ਬੜਾ ਇੰਟਰਸਟਿੰਗ ਹੈਗਾ ਇਹਦੇ ਅੰਦਰ, ਉਹ ਇਹ ਹੈਗਾ, ਮੰਨ ਲਓ ਇੱਕ ਰਿਲੇਟਿਡ ਪਰਸਨ ਨੇ ਆਪਣੇ ਰਿਲੇਟਿਡ ਪਰਸਨ ਨੂੰ ਮਾਲ ਦਿੱਤਾ, ਜਾਂ ਇੱਕ ਡਿਸਟਿੰਕਟ ਪਰਸਨ ਨੇ ਆਪਣੇ ਡਿਸਟਿੰਕਟ ਪਰਸਨ ਨੂੰ ਇੱਕ ਸਪਲਾਈ ਕੀਤੀ। ਉਸ ਬੰਦੇ ਨੇ ਉਸ ਚੀਜ਼ ਦੀ ਟ੍ਰੇਡਿੰਗ ਕਰਤੀ ਟੂ ਅ ਥਰਡ ਪਰਸਨ, ਜਿਹੜਾ ਕਿ ਅਨਰਿਲੇਟਿਡ ਕਸਟਮਰ ਹੈ, ਠੀਕ ਹੈ। ਜੇ ਉਹ ਅਨਰਿਲੇਟਿਡ ਕਸਟਮਰ ਹੈਗਾ ਤਾਂ ਉਹਦੀ ਆਪਾਂ ਦੇਖ ਲਾਂਗੇ ਕਿ ਉਸ ਟ੍ਰਾਂਜੈਕਸ਼ਨ ਦੀ ਵੈਲਿਊ ਕਿੰਨੀ ਸੀ। ਉਹਦਾ 90% ਆਪਾਂ ਪਹਿਲੀ ਵੈਲਿਊ ਨੂੰ ਦੀ ਵੈਲਿਊ ਮੰਨ ਸਕਦੇ ਹਾਂ। ਸਮਝੋ ਜਰਾ, ਏ ਤੇ ਬੀ ਡਿਸਟਿੰਕਟ ਪਰਸਨ ਨੇ ਜਾਂ ਰਿਲੇਟਿਡ ਪਰਸਨ ਨੇ। ਏ ਨੇ ਬੀ ਨੂੰ ਸਪਲਾਈ ਕਰਤੀ, ਅਸੀਂ ਉਹਦੀ ਵੈਲਿਊ ਪਤਾ ਕਰਨੀ ਹੈ। ਬੀ ਨੇ ਸੇਮ ਚੀਜ਼ ਦੀ ਟ੍ਰੇਡਿੰਗ ਕਰਤੀ ਸੀ ਨੂੰ, ਸੀ ਹੈਗਾ ਅਨਰਿਲੇਟਿਡ ਕਸਟਮਰ, ਤਾਂ ਜਿਹੜੀ ਬੀ ਨੇ ਸੀ ਨੂੰ ਜਿਹੜੀ ਵੈਲਿਊ ਦਿੱਤੀ, ਉਸ ਵੈਲਿਊ ਦਾ 90% ਅਸੀਂ ਪਹਿਲੀ ਟ੍ਰਾਂਜੈਕਸ਼ਨ ਨੂੰ ਮੰਨ ਸਕਦੇ ਹਾਂ। ਪਰ ਇਸ ਕੇਸ ਦੇ ਅੰਦਰ ਜੇ ITC ਫੁੱਲੀ ਅਵੇਲ ਹੋ ਰਿਹਾ, ਫਿਰ ਉਹ ਰਿਡਕਸ਼ਨ ਨਹੀਂ ਹੋਏਗੀ, ਠੀਕ ਹੈ। ਇਹ ਹੋ ਗਿਆ ਆਪਣੇ ਕੋਲ ਰੂਲ ਨੰਬਰ 28। ਹੁਣ ਆਪਾਂ ਆ ਗਏ ਰੂਲ ਨੰਬਰ 29 'ਚ। ਰੂਲ ਨੰਬਰ 29 ਹੈਗਾ ਇਨ ਕੇਸ ਆਫ ਏਜੰਟਸ। ਪ੍ਰਿੰਸੀਪਲ ਏਜੰਟ 'ਚ ਕਿਵੇਂ ਹੋਏਗਾ? ਉਹਦੇ ਅੰਦਰ ਹੈਗਾ, ਸਭ ਤੋਂ ਪਹਿਲਾਂ ਪ੍ਰਿੰਸੀਪਲ ਕੋਲ ਇੱਕ ਚੋਇਸ ਹੈ, ਓਪਨ ਮਾਰਕੀਟ ਵੈਲਿਊ ਜਾਂ ਜਿਹੜਾ ਉਹਨਾਂ ਨੇ ਸਪਲਾਈ ਕੀਤਾ ਟੂ ਏਜੰਟ। ਏਜੰਟ ਨੇ ਅੱਗੇ ਕਸਟਮਰ ਨੂੰ ਦਿੱਤਾ, ਅਨਰਿਲੇਟਿਡ ਕਸਟਮਰ ਨੂੰ ਦਿੱਤਾ, ਤਾਂ ਉਹਦੀ ਜੋ ਵੈਲਿਊ ਹੈਗੀ ਉਹਦਾ 90%। ਉਹਨਾਂ ਦੋਨਾਂ 'ਚੋਂ ਚੂਜ਼ ਕਰ ਸਕਦਾ। ਉਹ ਓਬਵੀਅਸ ਚੂਜ਼ ਕਰੂਗਾ ਜਿਹੜੀ ਵੈਲਿਊ ਲੋਅਰ ਹੈ। ਮੈਂ ਦੁਬਾਰਾ ਦੱਸਦਾ, ਪ੍ਰਿੰਸੀਪਲ ਏਜੰਟ 'ਚ ਪ੍ਰਿੰਸੀਪਲ ਕੋਲ ਚੋਇਸ ਹੈਗੀ ਹੈ, ਜਿਹੜੀ ਉਹਨੇ ਸਪਲਾਈ ਕੀਤੀ ਟੂ ਏਜੰਟ।
ਏਜੰਟ ਨੇ ਉਸ ਚੀਜ਼ ਦੀ ਸਪਲਾਈ ਕੀਤੀ ਟੂ ਅ ਥਰਡ ਅਨਰਿਲੇਟਡ ਕਸਟਮਰ, ਠੀਕ ਹੈ। ਉਹ ਵੈਲਿਊ, ਉਸ ਟ੍ਰਾਂਜੈਕਸ਼ਨ ਦੀ ਵੈਲਿਊ ਦਾ 90% ਜਾਂ ਜੋ ਓਪਨ ਮਾਰਕੀਟ ਵੈਲਿਊ ਹੈ ਉਸ ਚੀਜ਼ ਦੀ, ਉਹਨਾਂ ਦੋਨਾਂ ਚੋਂ ਜਿਹੜਾ ਉਹ ਪ੍ਰੈਫਰ ਕਰਦਾ, ਉਹ ਪ੍ਰੈਫਰ ਹਮੇਸ਼ਾ ਕਰੇਗਾ ਜਿਹਦੀ ਵੈਲਿਊ ਲੋਅਰ ਹੈ, ਤਾਂ ਉਹ ਕਰ ਸਕਦਾ, ਠੀਕ ਹੈ। ਹੁਣ ਇਹਦੇ ਅੰਦਰ ਅੱਗੇ ਫਿਰ ਉਹੀ ਕੋਸਟ ਵਾਲਾ ਹੈਗਾ ਕਿ ਜੇ ਪਹਿਲੇ ਆ ਨਹੀਂ ਲੱਭਦੇ ਪਏ ਤਾਂ ਕੋਸਟ ਆਫ ਮੈਨੂਫੈਕਚਰਿੰਗ ਜਾਂ ਐਕਵਾਇਰਿੰਗ ਉਹਦਾ 10% ਪਾ ਕੇ ਉਹ ਕਰ ਦਾਂਗੇ। ਫਿਰ ਹੈਗਾ ਰੈਜ਼ੀਡੂਅਲ ਮੈਥਡ। ਰੈਜ਼ੀਡੂਅਲ ਮੈਥਡ ਕੀ ਹੈਗਾ ਕਿ ਜੇ ਕੁਛ ਵੀ ਨਹੀਂ ਲੱਭ ਰਿਹਾ ਫਿਰ ਆਪਾਂ ਆਪਣਾ ਪਰਸਨਲ ਬਿਜ਼ਨਸ ਐਕਮਨ ਜਾਂ ਆਪਣੀ ਇੰਟੈਲੀਜੈਂਸ ਯੂਜ਼ ਕਰਕੇ ਆਪਾਂ ਉਹਦੀ ਵੈਲਿਊ ਕੱਢ ਦਾਂਗੇ, ਠੀਕ ਹੈ। ਹੁਣ ਆਪਾਂ ਆ ਗਏ ਅੱਗੇ ਆਪਾਂ ਆਉਂਦੇ ਹਾਂ ਹੁਣ ਆਪਣੇ ਰੂਲ ਨੰਬਰ 30 ਤੇ। 30 ਰੂਲ ਨੰਬਰ ਕੋਸਟ ਵਾਲਾ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਆਪਾਂ ਜੇ ਪਹਿਲੇ 3 ਰੂਲ ਜਿਨ੍ਹਾਂ 'ਚ ਡਿਫਾਈਨ ਸੀਗੇ ਜੇ ਉਹ ਨਹੀਂ ਹੁੰਦੇ ਤਾਂ ਫਿਰ ਕੋਸਟ ਆਉਂਦਾ ਹੈ, ਪਰ ਆਪਾਂ ਪਹਿਲਾਂ ਹੀ ਉਹਨਾਂ 'ਚ ਡਿਫਾਈਨ ਕਰਤਾ। ਕੋਸਟ ਵਾਲਾ ਕੀ ਕਹਿੰਦਾ ਹੈ ਕਿ ਮੈਨੂਫੈਕਚਰਿੰਗ ਕੋਸਟ ਕੀ ਹੈ, ਐਕੁਇਜ਼ੀਸ਼ਨ ਕੋਸਟ ਕੀ ਹੈ, ਜਾਂ ਕੋਸਟ ਆਫ ਪ੍ਰੋਵੀਜ਼ਨ ਕੇਸ ਆਫ ਸਰਵਿਸ ਕੀ ਹੈ, ਉਹਦੇ ਅੰਦਰ 10% ਐਡ ਕਰ ਦਿਓ, ਉਹ ਵੈਲਿਊ ਸਪਲਾਈ ਬਣ ਜੂਗੀ, ਠੀਕ ਹੈ। 31 ਰੈਜ਼ੀਡੂਅਲ ਪਹਿਲਾਂ ਆਪਾਂ ਕਰ ਚੁੱਕੇ ਹਾਂ ਕਿ ਜੇ ਕੋਈ ਰੂਲ ਅਪਲਾਈ ਨਹੀਂ ਹੋ ਰਹੇ ਤਾਂ ਤੁਸੀਂ ਆਪਣੀ ਬਿਜ਼ਨਸ ਇੰਟੈਲੀਜੈਂਸ ਨਾਲ, ਤੁਸੀਂ ਆਪਣੇ ਕਾਮਨ ਸੈਂਸ ਨਾਲ ਤੁਸੀਂ ਉਹ ਵੈਲਿਊ ਡਿਫਾਈਨ ਕਰ ਸਕਦੇ। ਕਲੀਅਰ ਹੋ ਗਿਆ। ਆਪਾਂ ਕੀਤਾ ਗੁੱਡਸ ਕਰ ਲਏ, ਆਪਾਂ ਕੀਤਾ ਜਿਸ 'ਚ ਮਨੀ ਕੰਸੀਡਰੇਸ਼ਨ ਨਹੀਂ ਹੈ, ਫਿਰ ਆਪਾਂ ਰਿਲੇਟਡ ਅਨਰਿਲੇਟਡ ਕੀਤਾ, ਫਿਰ ਆਪਾਂ ਏਜੰਟ ਵਾਲਾ ਕੀਤਾ। ਏਜੰਟ ਵਾਲੇ ਚੋਇਸ ਸੀਗੀ ਉਹਦੇ ਕੋਲ ਕਿ ਓਪਨ ਮਾਰਕੀਟ ਜਾਂ 90% ਆਫ ਉਸ ਜਿਹੜੀ ਟ੍ਰਾਂਜੈਕਸ਼ਨ ਹੋਈ ਅੱਗੇ ਉਹਨਾਂ ਦੋਨਾਂ 'ਚੋਂ ਚੂਜ਼ ਕਰ ਸਕਦਾ, ਉਹ ਹਮੇਸ਼ਾ ਘੱਟ ਵਾਲੀ ਟ੍ਰਾਂਜੈਕਸ਼ਨ ਚੂਜ਼ ਕਰੂਗਾ ਓਬਵੀਅਸਲੀ। ਫਿਰ ਆਪਾਂ ਕੀਤਾ ਕੋਸਟ ਵਾਲਾ, ਫਿਰ ਆਪਾਂ ਕੀਤਾ ਰੈਜ਼ੀਡੂਅਲ ਵਾਲਾ। ਹੁਣ ਆਪਾਂ ਕਰਦੇ ਹਾਂ 31A। 31A 'ਚ ਇੱਕ ਤਾਂ ਲੋਟਰੀ ਹੈ, ਇੱਕ ਬੈਟਿੰਗ ਹੈ, ਜਾਂ ਉਹਦੇ ਜਿਹੜੇ ਨਾਲ ਦੇ ਹੁੰਦੇ ਨੇ, ਹੈ ਨਾ। ਲੋਟਰੀ 'ਚ ਕੀ ਹੁੰਦਾ ਹੈਗਾ, ਲੋਟਰੀ 'ਚ ਦੋ ਤਰ੍ਹਾਂ ਦੀਆਂ ਲੋਟਰੀਆਂ ਹੁੰਦੀਆਂ। ਇੱਕ ਹੁੰਦੀ ਹੈ ਲੋਟਰੀ ਵਿਚ ਇਜ਼ ਰਨ ਬਾਏ ਦ ਸਟੇਟ ਗਵਰਨਮੈਂਟ, ਇੱਕ ਹੁੰਦੀ ਹੈ ਲੋਟਰੀ ਵਿਚ ਇਜ਼ ਆਥੋਰਾਈਜ਼ਡ ਬਾਏ ਦ ਸਟੇਟ ਗਵਰਨਮੈਂਟ। ਜਿਹੜੀ ਰਨ ਬਾਏ ਦ ਸਟੇਟ ਗਵਰਨਮੈਂਟ ਹੈ ਨਾ, ਉਹਦੀ ਸੇਲ ਸਿਰਫ ਸਟੇਟ 'ਚ ਹੁੰਦੀ ਹੈ। ਆਥੋਰਾਈਜ਼ਡ ਬਾਏ ਦ ਸਟੇਟ ਗਵਰਨਮੈਂਟ ਦੀ ਬਾਕੀ ਸਟੇਟਸ ਵੀ ਸੇਲ ਹੋ ਸਕਦੀ ਹੈ। ਇਹ ਬੇਸਿਕ ਡਿਫਰੈਂਸ ਹੈ। ਹੁਣ 1 ਮਾਰਚ 2020 ਤੋਂ ਪਹਿਲਾਂ ਕੀ ਸੀਗਾ ਕਿ ਦੋਨਾਂ ਦਾ ਰੇਟ ਆਫ ਜਿਹੜਾ ਸੀਗਾ ਉਹ ਡਿਫਰੈਂਟ ਸੀਗਾ, ਠੀਕ ਹੈ। ਹੁਣ 1 ਮਾਰਚ 2020 ਤੋਂ ਬਾਅਦ ਉਹਨਾਂ ਦਾ ਰੇਟ ਜਿਹੜਾ ਹੈਗਾ ਉਹ 28% ਹੈ। ਸੋ ਹੁਣ ਜੋ ਰੂਲ ਪ੍ਰੀਵੇਲ ਹੋ ਰਿਹਾ ਉਹ ਕੀ ਹੈਗਾ ਕਿ ਦੋਨਾਂ ਕੇਸਾਂ ਦੇ ਅੰਦਰ 100/128 ਇੰਟੂ ਫੇਸ ਵੈਲਿਊ, ਜਾਂ ਜਿਹੜੀ ਉਹਦੀ ਪ੍ਰਾਈਸ ਕੋਟ ਹੈਗੀ ਹੈ ਇਨ ਦਾ ਆਫੀਸ਼ੀਅਲ ਗੈਜ਼ਟ, ਵਿਚ ਐਵਰ ਇਜ਼ ਹਾਇਰ, ਉਹਦਾ ਵੈਲਿਊ ਬਣ ਜਾਏਗਾ, ਠੀਕ ਹੈ। ਪਹਿਲਾਂ 12 ਤੇ 28 ਦਾ ਫਰਕ ਸੀਗਾ, ਹੁਣ ਉਹ ਨਹੀਂ ਹੈ। 1 ਮਾਰਚ 2020 ਤੋਂ ਬਾਅਦ ਨਹੀਂ ਹੈ, ਇਸ ਕਰਕੇ ਹੁਣ ਇੱਕੋ ਹੀ ਰੂਲ ਅਪਲਾਈ ਹੈਗਾ 100/128 ਇੰਟੂ ਦਾ ਫੇਸ ਵੈਲਿਊ, ਔਰ ਜਿਹੜਾ ਉਹਦਾ ਪ੍ਰਾਈਸ ਕੋਟ ਹੋਇਆ ਆਫੀਸ਼ੀਅਲ ਗੈਜ਼ਟ 'ਚ ਜਿਹੜਾ ਹਾਇਰ ਹੈ ਉਹ ਬਣ ਗਿਆ ਉਹਦਾ ਵੈਲਿਊ। ਕਲੀਅਰ। ਹੁਣ ਆਪਾਂ ਅੱਗੇ ਹੈਗਾ ਆਪਣੇ ਕੋਲ ਬੈਟਿੰਗਸ ਦਾ। ਬੈਟਿੰਗਸ ਦਾ ਜਿਹੜੀ ਫੇਸ ਵੈਲਿਊ ਆਫ ਬੈਟ ਹੈ ਉਹਦਾ 100%, ਜਾਂ ਜਿੰਨਾ ਤੁਸੀਂ ਟੋਟਲਾਈਜ਼ਰ ਦੇ ਅੰਦਰ ਕੰਟਰੀਬਿਊਟ ਕੀਤਾ ਉਹ ਉਹਦੀ ਵੈਲਿਊ ਹੈ। ਬਿਲਕੁਲ ਕਲੀਅਰ। ਕਿੰਨੀ ਫੇਸ ਆਫ ਬੈਟ ਕਿੰਨੀ ਹੈ, ਜਾਂ ਟੋਟਲਾਈਜ਼ਰ 'ਤੇ ਕਿੰਨਾ ਕੰਟਰੀਬਿਊਟ ਕੀਤਾ ਉਹ ਉਹਦੀ ਵੈਲਿਊ ਹੈ, ਠੀਕ ਹੈ। ਹੁਣ ਆਪਾਂ ਅੱਗੇ ਨਾਓ ਵੀ ਮੂਵ ਟੂ ਸਪੈਸੀਫਿਕਸ। ਇਹਦੇ ਅੰਦਰ ਕੀ ਹੈ, ਸੈਕਸ਼ਨ 32 ਦੇ ਅੰਦਰ ਨਾ, ਰੂਲ 32 ਦੇ ਅੰਦਰ ਕੁਝ ਟ੍ਰਾਂਜੈਕਸ਼ਨ ਨੂੰ ਸਪੈਸੀਫਾਈ ਕੀਤਾ ਹੋਇਆ। ਇਹਨੂੰ ਧਿਆਨ ਨਾਲ ਸਮਝੋ, ਇਹ ਥੋੜ੍ਹਾ ਜਿਹਾ ਇੰਟਰਸਟਿੰਗ ਵੀ ਹੈ, ਥੋੜ੍ਹਾ ਸਮਝਣ ਵਾਲੀ ਵੀ ਹੈਗੀ ਹੈ। ਸਭ ਤੋਂ ਪਹਿਲਾਂ ਇਹਨਾਂ ਨੇ ਡਿਫਾਈਨ ਕੀਤਾ ਹੈਗਾ ਕਿ ਵੈਲਿਊ ਇਨ ਕੇਸ ਆਫ ਮਨੀ ਚੇਂਜਰਸ ਕਿਵੇਂ ਡਿਫਾਈਨ ਹੋਏਗਾ। ਉਹਦੇ ਅੰਦਰ ਹੁਣ ਪਹਿਲਾਂ ਆਪਾਂ ਕਰਦੇ ਹਾਂ ਉਹ ਟ੍ਰਾਂਜੈਕਸ਼ਨਸ ਜਿਨ੍ਹਾਂ ਦੇ ਅੰਦਰ ਇੱਕ ਕਰੰਸੀ ਇੰਡੀਅਨ ਹੈ, ਇੱਕ ਕਰੰਸੀ ਫੋਰਨ ਹੈ। ਮੰਨ ਲਓ ਮਨੀ ਚੇਂਜਿੰਗ ਹੋਈ ਬਿਟਵੀਨ ਡਾਲਰ ਐਂਡ ਰੁਪੀਜ਼, ਜਾਂ ਬਿਟਵੀਨ ਯੂਰੋ ਐਂਡ ਰੁਪੀਜ਼, ਜਾਂ ਬਿਟਵੀਨ ਪਾਊਂਡ ਐਂਡ ਰੁਪੀਜ਼, ਤਾਂ ਉਸ ਕੰਡੀਸ਼ਨ ਦੇ ਅੰਦਰ ਵੈਲਿਊ ਆਫ ਸਪਲਾਈ ਕਿੱਦਾਂ ਡਿਟਰਮਿਨ ਹੋਏਗੀ। ਉਹਦਾ ਇੱਕ ਸਿੰਪਲ ਜਿਹਾ ਫਾਰਮੂਲਾ ਹੈ, ਸੈਲਿੰਗ ਜਾਂ ਬਾਇੰਗ ਰੇਟ ਜਿਹੜਾ ਹੈਗਾ ਰੁਪੀ ਦਾ ਅਗੇਂਸਟ ਦੈਟ ਕਰੰਸੀ ਮਾਈਨਸ ਦ ਰੈਫਰੈਂਸ ਰੇਟ ਆਫ ਦੈਟ ਕਰੰਸੀ ਐਜ਼ ਪਰ ਦ RBI ਇੰਟੂ ਨੰਬਰ ਆਫ ਯੂਨਿਟਸ ਆਫ ਦ ਫੋਰਨ ਕਰੰਸੀ ਐਕਸਚੇਂਜਡ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਮੰਨ ਲਓ ਆਪਾਂ $100 ਨੂੰ ਰੁਪੀ 'ਚ ਕਨਵਰਟ ਕੀਤਾ, ਠੀਕ ਹੈ, ਤਾਂ ਜਿਹੜਾ ਬਾਇੰਗ ਰੇਟ ਸੀਗਾ ਉਹ ਸੀਗਾ 65 ਰੁਪਏ। ਜਿਹੜਾ RBI ਦਾ
ਉਹਦੇ ਅੰਦਰ ਰੈਫਰੈਂਸ ਰੇਟ ਹੈ ਉਹ 64 ਰੁਪਏ। ਸੋ ਬਾਇੰਗ ਰੇਟ ਮਾਈਨਸ ਰੈਫਰੈਂਸ ਰੇਟ 64, ਇੱਕ 1 ਆ ਗਿਆ, ਇਨਟੂ ਨੰਬਰ ਆਫ ਫੋਰਨ ਕਰੰਸੀ ਯੂਨਿਟਸ ਐਕਸਚੇਂਜ। ਕਿੰਨੇ ਕੀਤੇ ਸੀ ਆਪਾਂ? $100 ਕੀਤਾ ਸੀ ਨਾ, 100। ਸੋ ਇਹਦੇ ਅੰਦਰ 1 × 100 ਇਜ਼ ਇਕੁਅਲ ਟੂ 100। 100 ਇਹਦੀ ਵੈਲਿਊ ਆ ਗਈ। ਮੈਂ ਦੁਬਾਰਾ ਰਿਪੀਟ ਕਰਦਾ, ਜਦੋਂ ਇੱਕ ਫੋਰਨ ਕਰੰਸੀ ਹੈ, ਇੱਕ ਇੰਡੀਅਨ ਕਰੰਸੀ ਹੈ, ਤਾਂ ਬਾਇੰਗ ਰੇਟ ਜਾਂ ਸੈਲਿੰਗ ਰੇਟ ਮਾਈਨਸ ਦ ਬੇਸ ਰੇਟ ਆਫ ਦੈਟ ਫੋਰਨ ਕਰੰਸੀ ਐਜ਼ ਪਰ RBI ਇਨਟੂ ਨੰਬਰ ਆਫ ਯੂਨਿਟਸ ਆਫ ਫੋਰਨ ਕਰੰਸੀ ਐਕਸਚੇਂਜਡ, ਇਹ ਜੋ ਰਿਜ਼ਲਟ ਆਊਗਾ ਇਹ ਬਣ ਜੂਗੀ ਪਲੇ ਵੈਲਿਊ ਆਫ ਸਪਲਾਈ। ਹੁਣ ਫਰਜ਼ ਕਰੋ ਕਿ ਉਹਦਾ ਬੇਸ ਰੇਟ RBI ਕੋਲ ਹੈ ਨਹੀਂ ਉਸ ਕਰੰਸੀ ਦਾ, ਫਿਰ ਜਿੰਨੇ ਰੁਪੀਜ਼ ਤੁਸੀਂ ਕੀਤੇ ਐਕਸਚੇਂਜ ਉਹਦਾ 1% ਉਹ ਵੈਲਿਊ ਬਣ ਗਈ। ਬਿਲਕੁਲ ਸਿੰਪਲ, ਠੀਕ ਹੈ। ਹੁਣ ਇੱਕ ਕੰਡੀਸ਼ਨ ਇਹ 'ਚ ਹੈਗੀ ਹੈ ਕਿ ਫਰਜ਼ ਕਰੋ ਦੋਵੇਂ ਕਰੰਸੀਆਂ ਬਾਹਰਲੀਆਂ ਨੇ, ਇੰਡੀਅਨ ਕਰੰਸੀ ਹੈ ਹੀ ਨਹੀਂ। ਮੰਨ ਲਓ 100 ਪਾਉਂਡ ਨੂੰ ਤੁਸੀਂ $40 ਨਾਲ ਐਕਸਚੇਂਜ ਕਰਤਾ, ਇੱਦਾਂ ਦਾ ਕੁਝ ਤੁਸੀਂ ਕੀਤਾ ਕਿ ਦੋਵੇਂ ਕਰੰਸੀਆਂ ਬਾਹਰਲੀਆਂ ਨੇ, ਫਿਰ ਵੈਲਿਊ ਕਿਵੇਂ ਬਣੂਗੀ? ਇਹ 'ਚ ਬੜਾ ਸਿੰਪਲ ਦੇਸੀ ਤਰੀਕਾ ਦੇਖੋ, ਦੋਨੋਂ ਕਰੰਸੀਜ਼ ਨੂੰ ਅਸੀਂ ਇੰਡੀਅਨ ਰੁਪੀ 'ਚ ਕਨਵਰਟ ਕਰਾਂਗੇ, ਠੀਕ ਹੈ। $40 ਨੂੰ ਵੀ ਕਨਵਰਟ ਕਰ ਲਾਂਗੇ, 100 ਪਾਉਂਡ ਨੂੰ ਵੀ ਕਨਵਰਟ ਕਰ ਲਾਂਗੇ। ਜਿਹਦੀ ਵੈਲਿਊ ਘੱਟ ਬਣੇਗੀ ਉਸ ਵੈਲਿਊ ਦਾ 1% ਜੋ ਬਣੂਗਾ ਉਹ ਹੈਗੀ ਹੈ ਵੈਲਿਊ ਆਫ ਸਪਲਾਈ। ਮੈਂ ਦੁਬਾਰਾ ਰਿਪੀਟ ਕਰਦਾ, ਦੋ ਕਰੰਸੀਆਂ ਨੇ, ਦੋਵੇਂ ਬਾਹਰਲੀਆਂ ਨੇ, ਉਹਨਾਂ ਨੇ ਆਪਸ 'ਚ ਦੋਵਾਂ ਦਾ ਐਕਸਚੇਂਜ ਹੋਇਆ, ਉਸ ਦੇ ਅੰਦਰ ਵੈਲਿਊ ਆਫ ਸਪਲਾਈ ਕਿਵੇਂ ਬਣੇਗੀ? ਬੜਾ ਸਿੰਪਲ ਕਰਨਾ, ਉਹਨਾਂ ਦੋਨਾਂ ਕਰੰਸੀਆਂ ਦੀ ਅਮਾਊਂਟ ਨੂੰ ਇੰਡੀਅਨ ਰੁਪੀਜ਼ ਕਨਵਰਟ ਕਰ ਲਓ ਜੋ ਉਦੋਂ ਦਾ ਰੇਟ ਹੈ। ਜਿਹੜਾ ਅਮਾਊਂਟ ਘੱਟ ਹੈ ਉਹਦਾ 1% ਜਿਹੜਾ ਹੈਗਾ ਉਹ ਬਣ ਗਿਆ ਵੈਲਿਊ, ਠੀਕ ਹੈ। ਹੁਣ ਇਸ ਤੋਂ ਬਾਅਦ ਇੱਕ ਆਪਸ਼ਨ 2 ਆ ਜਾਂਦੀ ਹੈ ਦੋਨੋਂ ਟ੍ਰਾਂਜੈਕਸ਼ਨਸ ਵਾਸਤੇ, ਪਰ ਪਹਿਲਾਂ ਹੀ ਦੱਸਦਾ ਕਿ ਇਹ ਜੇ ਆਪਸ਼ਨ ਅਸੀਂ ਆਪਟ ਕੀਤੀ ਤਾਂ ਫਾਈਨੈਂਸ਼ੀਅਲ ਈਅਰ ਦੇ ਐਂਡ ਤੱਕ ਸਾਨੂੰ ਫਿਰ ਇਹੀ ਆਪਸ਼ਨ ਆਪਟ ਕਰਨੀ ਪੈਣੀ ਹੈ, ਅਸੀਂ ਇਹ ਤੋਂ ਬਾਹਰ ਨਹੀਂ ਆ ਸਕਦੇ। ਉਹ ਆਪਸ਼ਨ ਕੀ ਹੈ? ਜਿਵੇਂ ਇਨਕਮ ਟੈਕਸ ਸਲੈਬ ਹੁੰਦੀ ਹੈ ਨਾ, ਉੱਦਾਂ ਇਹਨਾਂ ਨੇ ਇੱਕ ਸਲੈਬ ਬਣਾ ਦਿੱਤੀ। ਉਹ ਕਹਿੰਦੇ ਕਿ ਕ੍ਰਾਈਟੀਰੀਆ ਰੱਖਦਾ ਕਿ ਇੰਡੀਅਨ ਰੁਪੀਜ਼ ਦੇ ਅਕੋਰਡਿੰਗਲੀ ਕਿੰਨੇ ਦੀ ਐਕਸਚੇਂਜ ਹੋਈ। ਉਹ ਹੈਗਾ ਅਪ ਟੂ 1 ਲੱਖ, ਫਿਰ 1 ਲੱਖ ਤੋਂ 10 ਲੱਖ, ਫਿਰ 10 ਲੱਖ ਐਂਡ ਅਬਵ, ਠੀਕ ਹੈ। ਤਿੰਨ ਸਲੈਬਾਂ ਬਣ ਗਈਆਂ, ਅਪ ਟੂ 1 ਲੱਖ, 1 ਲੱਖ ਤੋਂ 10 ਲੱਖ, ਫਿਰ 10 ਲੱਖ ਐਂਡ ਅਬਵ। ਅਪ ਟੂ 1 ਲੱਖ ਕੀ ਹੈ? 250 ਰੁਪਏ ਜਾਂ 1% ਆਫ ਦਾ ਅਮਾਊਂਟ ਆਫ ਰੁਪੀਜ਼ ਜਿਹਦੀ ਐਕਸਚੇਂਜ ਹੋਇਆ, ਠੀਕ ਹੈ, ਵਿਚ ਐਵਰ ਇਜ਼ ਹਾਇਰ, ਠੀਕ ਹੈ। ਫਿਰ 1 ਲੱਖ 10 ਲੱਖ ਕੀਤਾ, 1000 ਰੁਪਇਆ ਪਲੱਸ 0.5% ਆਫ ਦਾ ਅਮਾਊਂਟ, ਠੀਕ ਹੈ। ਫਿਰ 10 ਲੱਖ ਤੋਂ ਉੱਪਰ ਕੀ ਕੀਤਾ? 5000 ਰੁਪਇਆ ਪਲੱਸ 0.1% ਆਫ ਦਾ ਅਮਾਊਂਟ ਜਿਹੜਾ ਐਕਸਚੇਂਜ ਹੋਇਆ। ਉਹਦੇ ਉੱਤੇ ਉਹਨਾਂ ਨੇ ਅੱਪਰ ਸੀਲਿੰਗ ਲਾਤੀ 60000 ਰੁਪਏ ਦੀ। ਇਹ ਹੈਗਾ ਆਪਸ਼ਨ 2। ਇਹ ਜੇ ਇੱਕ ਵਾਰੀ ਬੰਦੇ ਨੇ ਮਨੀ ਚੇਂਜਰ ਨੇ ਯੂਜ਼ ਕਰ ਲਿਆ ਤਾਂ ਉਸ ਫਾਈਨੈਂਸ਼ੀਅਲ ਈਅਰ ਦੇ ਐਂਡ ਤੱਕ ਇਹ ਹੀ ਯੂਜ਼ ਕਰਨਾ ਪਏਗਾ। ਮੈਂ ਦੁਬਾਰਾ ਰਿਪੀਟ ਕਰਦਾ, ਅਪ ਟੂ 1 ਲੱਖ ਰੁਪਇਆ, 250 ਰੁਪਇਆ ਜਾਂ 1% ਆਫ ਦਾ ਅਮਾਊਂਟ ਐਕਸਚੇਂਜਡ ਵਿਚ ਐਵਰ ਇਜ਼ ਹਾਇਰ। 1 ਲੱਖ ਤੋਂ 10 ਲੱਖ 1000 ਪਲੱਸ 0.5% ਆਫ ਦਾ ਅਮਾਊਂਟ, 10 ਲੱਖ ਪਲੱਸ 5000 ਪਲੱਸ 0.1% ਆਫ ਦਾ ਅਮਾਊਂਟ, ਅੱਪਰ ਸੀਲਿੰਗ ਰੱਖਤੀ 60000 ਰੁਪਇਆ। ਕਲੀਅਰ ਹੋ ਗਿਆ? ਇਹ ਤੋਂ ਬਾਅਦ ਆ ਗਿਆ ਆਪਾਂ ਏਅਰਫੇਅਰ ਤੇ। ਏਅਰਫੇਅਰ ਦੇ ਉੱਤੇ ਵੈਲਿਊ ਕੀ ਬਣੂਗੀ? ਜਿਹੜਾ ਤਾਂ ਡੋਮੈਸਟਿਕ ਹੈ 5% ਆਫ ਦਾ ਬੇਸ ਫੇਅਰ, ਬਿਲਕੁਲ ਸਿੰਪਲ। ਟਿਕਟ ਦਾ ਜਿਹੜਾ 5% ਆਫ ਦਾ ਬੇਸ ਫੇਅਰ ਉਹ ਬਣ ਗਈ ਵੈਲਿਊ। ਇੰਟਰਨੈਸ਼ਨਲ ਦਾ 10% ਆਫ ਦਾ ਬੇਸ ਫੇਅਰ ਉਹ ਬਣ ਗਈ ਵੈਲਿਊ। ਦੁਬਾਰਾ ਰਿਪੀਟ ਕਰਦਾ ਕਿ ਏਅਰਲਾਈਨ ਟਿਕਟ ਦੇ ਉੱਤੇ ਪਲੇਸ ਵੈਲਿਊ ਆਫ ਸਪਲਾਈ ਕੀ ਬਣਾਂਗੇ? ਡੋਮੈਸਟਿਕ ਦੇ ਉੱਤੇ 5% ਆਫ ਦਾ ਬੇਸ ਫੇਅਰ ਤੇ ਇੰਟਰਨੈਸ਼ਨਲ ਤੇ 10% ਆਫ ਦਾ ਬੇਸ ਫੇਅਰ। ਕਲੀਅਰ? ਹੁਣ ਅੱਗੇ ਇੰਪੋਰਟੈਂਟ ਹੈਗਾ ਲਾਈਫ ਇੰਸ਼ੋਰੈਂਸ ਦੇ ਉੱਤੇ ਕਿਵੇਂ ਹੈ, ਇਹ ਧਿਆਨ ਰੱਖਿਓ। ਲਾਈਫ ਇੰਸ਼ੋਰੈਂਸ ਅੰਦਰ ਕੀ ਹੁੰਦਾ ਹੈਗਾ ਕਿ ਲਾਈਫ ਇੰਸ਼ੋਰੈਂਸ ਦੇ ਅੰਦਰ ਇੱਕ ਹੁੰਦੀ ਹੈ ਰਿਸਕ ਕਵਰੇਜ, ਇੱਕ ਹੁੰਦੀ ਹੈ ਇਨਵੈਸਟਮੈਂਟ। ਜੇ ਤਾਂ ਪ੍ਰੀਮੀਅਮ ਦੇਣ ਵੇਲੇ ਦੋਨਾਂ ਦਾ ਕੰਪੋਨੈਂਟ ਡਿਫਾਈਨਡ ਹੈ ਕਿ ਇੰਨਾ ਰਿਸਕ ਕਵਰੇਜ ਹੈ, ਇੰਨੀ ਇਨਵੈਸਟਮੈਂਟ ਹੈ, ਤਾਂ ਵੈਲਿਊ ਆਫ ਸਪਲਾਈਜ਼ ਓਨਲੀ ਦ ਪ੍ਰੀਮੀਅਮ ਦੈਟ ਅਮਾਊਂਟਸ ਟੂ ਦ ਰਿਸਕ ਕਵਰੇਜ। ਇਨਵੈਸਟਮੈਂਟ ਵਾਲੇ ਆਪਾਂ ਕੱਟ ਦੇਣਾ ਵਿੱਚੋਂ, ਸਿੰਪਲ।
ਜੇ ਪ੍ਰੀਮੀਅਮ ਦੇ ਅੰਦਰ ਡਿਫਾਈਨਡ ਨਹੀਂ ਹੈ ਕਿ ਰਿਸਕ ਕਵਰੇਜ ਕਿੰਨਾ, ਇਨਵੈਸਟਮੈਂਟ ਕਿੰਨਾ ਹੈ, ਤਾਂ ਪ੍ਰੀਮੀਅਮ ਦਾ 10% ਉਹ ਵੈਲਿਊ ਬਣ ਜੂਗੀ। ਠੀਕ ਹੈ। ਫਿਰ ਜਿਹੜਾ ਸਭ ਤੋਂ ਪਹਿਲਾ ਪ੍ਰੀਮੀਅਮ ਦਿੱਤਾ ਉਹਦਾ 25%, ਫॉर अदर केसेस, नॉट अमंग दीज अदर केसेस ਚ ਪਹਿਲਾ ਪ੍ਰੀਮੀਅਮ 25%, ਉਸ ਤੋਂ ਬਾਅਦ ਜਿਹੜੇ ਪ੍ਰੀਮੀਅਮ ਆਣਗੇ ਉਹਦਾ 12.5%। ਫਿਰ ਜੇ ਪੂਰੇ ਦਾ ਪੂਰਾ ਕੰਪੋਨੈਂਟ ਰਿਸਕ ਕਵਰੇਜ ਹੀ ਹੈ ਤਾਂ ਉਹ ਪੂਰੀ ਦੀ ਪੂਰੀ ਜਿਹੜੀ ਸਪਲਾਈ ਹੈ ਉਹ ਵੈਲਿਊ ਬਣ ਜੂਗੀ ਉਹਦੀ। ਠੀਕ ਹੈ, ਮੈਂ ਦੁਬਾਰਾ ਰਿਪੀਟ ਕਰਦਾ, ਲਾਈਫ ਇੰਸ਼ੋਰੈਂਸ 'ਚ ਪ੍ਰੀਮੀਅਮ ਦੇ ਅੰਦਰ ਰਿਸਕ ਕਵਰੇਜ ਤੇ ਇਨਵੈਸਟਮੈਂਟ ਦਾ ਕੰਪੋਨੈਂਟ ਡਿਫਾਈਨਡ ਹੈ, ਤਾਂ ਆਪਾਂ ਵੈਲਿਊ ਮੰਨਾਂਗੇ ਸਿਰਫ ਰਿਸਕ ਕਵਰੇਜ ਵਾਲੇ ਨੂੰ। ਠੀਕ ਹੈ। ਜੇ ਪ੍ਰੀਮੀਅਮਸ ਡਿਫਾਈਨਡ ਨਹੀਂ ਹੈ ਤਾਂ 10% ਆਫ ਪ੍ਰੀਮੀਅਮ ਵੈਲਿਊ ਬਣ ਜਾਏਗੀ। ਇਸ ਤੋਂ ਇਲਾਵਾ ਅਦਰ ਕੇਸਿਸ ਜਿਹੜਾ ਪਹਿਲਾ ਪ੍ਰੀਮੀਅਮ ਉਹਦਾ 25%, ਸਬਸੀਕੁਐਂਟ ਈਅਰ 'ਚ 12.5% ਆਫ ਦਾ ਪ੍ਰੀਮੀਅਮ ਬਣੂਗੀ ਵੈਲਿਊ। ਠੀਕ ਹੈ। ਜੇ ਪੂਰਾ ਦਾ ਪੂਰਾ 100% ਹੀ ਰਿਸਕ ਕਵਰੇਜ ਹੈ ਤਾਂ ਸਾਰੇ ਦਾ ਸਾਰਾ ਹੀ ਬਣ ਜੂਗੀ ਵੈਲਿਊ। ਕਲੀਅਰ, ਸਿੰਪਲ। ਹੁਣ ਆਪਾਂ ਆ ਗਏ ਸੈਕਿੰਡ ਹੈਂਡ ਗੁੱਡਸ ਦੇ ਅੰਦਰ ਕੀ ਹੁੰਦਾ। ਸੌਰੀ, ਸੈਕਿੰਡ ਹੈਂਡ ਗੁੱਡਸ 'ਚ ਕੀ ਹੈਗਾ ਕਿ ਇਹ 'ਚ ਕੀ ਡਿਫਾਈਨ ਕੀਤਾ। ਸੈਕਿੰਡ ਹੈਂਡ ਗੁੱਡਸ ਜਿਹੜੇ ਖਰੀਦੇ ਜਾਂ ਵੇਚੇ ਜਾਣ, ਜਿਨ੍ਹਾਂ ਦੇ ਅੰਦਰ ਮਾਈਨਰ ਜਾਂ ਰਿਪੇਅਰ ਕੀਤਾ ਜਾਵੇ ਪਰ ਨੇਚਰ ਆਫ ਗੁੱਡਸ ਨਾ ਚੇਂਜ ਹੋਵੇ, ਤਾਂ ਉਹਨਾਂ ਦੇ ਅੰਦਰ ਸੈਲਿੰਗ ਤੇ ਬਾਇੰਗ ਦਾ ਜਿਹੜਾ ਮਾਰਜਿਨ ਹੈ ਉਸ ਮਾਰਜਿਨ ਦੇ ਉੱਤੇ ਉਹ ਵੈਲਿਊ ਹੈ, ਉਹਦੇ ਉੱਤੇ ਟੈਕਸ ਲੱਗੂਗਾ। ਮੈਂ ਦੁਬਾਰਾ ਰਿਪੀਟ ਕਰਦਾ, ਸੈਕਿੰਡ ਹੈਂਡ ਗੁੱਡਸ ਦੇ ਅੰਦਰ ਆਫਟਰ ਬਾਇੰਗ ਜੇ ਮਾਈਨਰ ਰਿਪੇਅਰ ਕੀਤਾ ਜਾਵੇ ਜਿਹਦੇ ਅੰਦਰ ਨੇਚਰ ਆਫ ਗੁੱਡਸ ਚੇਂਜ ਨਾ ਹੋਣ, ਤਾਂ ਉਹ ਜਿਹੜਾ ਮਾਰਜਿਨ ਹੈਗਾ ਸੈਲਿੰਗ ਤੇ ਬਾਇੰਗ ਦਾ, ਉਹਦੇ ਉੱਤੇ ਉਹ ਵੈਲਿਊ ਆਫ ਸਪਲਾਈ, ਉਹਦੇ ਉੱਤੇ ਟੈਕਸ ਚਾਰਜ ਹੋਏਗਾ। ਠੀਕ ਹੈ। ITC ਇਹਨਾਂ ਦੇ ਅੰਦਰ ਨਹੀਂ ਮਿਲੂਗਾ, ਇਹ ਧਿਆਨ ਰੱਖਿਓ। ਠੀਕ ਹੈ, ਇਹ ਹੋ ਗਿਆ ਇਹ। ਹੁਣ ਆਪਾਂ ਆ ਗਏ ਨੈਕਸਟ, ਵੈਲਿਊ ਆਫ ਸਪਲਾਈ ਆਫ ਗੁੱਡਸ ਰੀਪੋਜੈਸਡ ਫਰੋਮ ਅ ਡਿਫਾਲਟਿੰਗ ਬੋਰੋਵਰ। ਇਹ ਧਿਆਨ ਨਾਲ ਸਮਝੋ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਫਿਰ ਆਪਾਂ ਉਸ ਤਰੀਕੇ ਨਾਲ ਇਹਨੂੰ ਸਮਝਾਂਗੇ। ਇੱਕ ਬੰਦੇ ਨੇ 10 ਲੱਖ ਦਾ ਕੋਈ ਸਮਾਨ ਲਿਆ, ਉਹਨੇ ਲੋਨ ਲੈ ਲਿਆ ਉਹਦੇ ਉੱਤੇ। ਠੀਕ ਹੈ। ਲੋਨ 'ਤੇ ਉਹ ਡਿਫਾਲਟ ਕਰ ਗਿਆ। ਜਦੋਂ ਲੋਨ 'ਤੇ ਡਿਫਾਲਟ ਕਰ ਗਿਆ ਤਾਂ ਉਹ ਗੁੱਡਸ ਦੀ ਰੀਪੋਜੈਸ਼ਨ ਹੋ ਗਈ, ਤਾਂ ਉਹਨਾਂ ਨੇ ਉਹਨਾਂ ਨੂੰ ਵੇਚਤਾ, ਗੁੱਡਸ ਨੂੰ ਅੱਗੇ ਵੇਚਤਾ ਥਰਡ ਪਾਰਟੀ ਨੂੰ। ਇਸ ਕੇਸ 'ਚ ਪਲੇਸ ਵੈਲਿਊ ਆਫ ਸਪਲਾਈ ਕਿਵੇਂ ਡਿਟਰਮਿਨ ਕਰਾਂਗੇ। ਜੇ ਤਾਂ ਬੰਦਾ ਅਨਰਜਿਸਟਰਡ ਹੈ ਤਾਂ ਮੈਂ ਤੁਹਾਨੂੰ ਦੱਸਦਾ ਕਿਵੇਂ ਹੋਏਗਾ। 10 ਲੱਖ ਦਾ ਆਪਾਂ ਮਾਲ ਮੰਨ ਲਿਆ, 3 ਸਾਲ ਬਾਅਦ ਉਹ ਮਾਲ ਉਹ ਡਿਫਾਲਟ ਕਰ ਗਿਆ, ਉਹ ਮਾਲ ਵਿਕ ਗਿਆ 7 ਲੱਖ ਦਾ। ਠੀਕ ਹੈ। ਰੂਲ ਕਹਿੰਦਾ ਹੈਗਾ ਕਿ ਜਦੋਂ ਉਸ ਬੰਦੇ ਨੇ ਮਾਲ ਖਰੀਦਿਆ ਸੀ ਓਰੀਜਨਲੀ, ਜਿਹੜਾ ਡਿਫਾਲਟ ਕੀਤਾ ਬਾਅਦ 'ਚ ਬੰਦਾ, ਉਸ ਵੈਲਿਊ 'ਚੋਂ 5% ਹਰ ਕੁਆਟਰ ਦਾ ਘਟਾਉਣਾ। ਮਤਲਬ ਕਿ 1 ਸਾਲ ਦਾ 20% ਘਟਾਉਣਾ। ਹੁਣ ਇੱਥੇ ਕਿੰਨਾ ਸੀਗਾ 3 ਸਾਲ, 60% ਘਟਾਵਾਂਗੇ, ਯਾਨੀ ਕਿ ਵੈਲਿਊ ਕਿੰਨੀ ਰਹੇਗੀ ਉਹਦੀ, 10 ਲੱਖ ਦੀ ਰਹੇਗੀ 4 ਲੱਖ। 7 ਲੱਖ ਦਾ ਮਾਲ ਬਾਅਦ 'ਚ ਵਿਕ ਗਿਆ, ਸੋ 7 ਮਾਈਨਸ ਜਿਹੜੀ ਉਹਦੀ ਵੈਲਿਊ ਰਹੀ ਉਸ ਤੋਂ ਬਾਅਦ 4 ਇਜ਼ ਇਕੁਅਲ ਟੂ 3 ਲੱਖ। ਉਹ 3 ਲੱਖ ਬਣ ਜੂਗੀ ਵੈਲਿਊ ਆਫ ਸਪਲਾਈ। ਮੈਂ ਦੁਬਾਰਾ ਰਿਪੀਟ ਕਰਦਾ, ਧਿਆਨ ਨਾਲ ਸੁਣਿਓ। ਜਦੋਂ ਬਾਅਦ 'ਚ ਮਾਲ ਵਿਕਿਆ ਉਹਦੀ ਵੈਲਿਊ ਮਾਈਨਸ ਜਦੋਂ ਓਰੀਜਨਲੀ ਬੰਦੇ ਨੇ ਮਾਲ ਖਰੀਦਿਆ ਸੀਗਾ ਉਹਦੇ ਵਿੱਚੋਂ ਹਰ ਕੁਆਟਰ ਦਾ 5% ਡੈਪਰੀਸ਼ੀਏਟ ਕਰਕੇ ਉਸ ਡੇਟ ਤੱਕ ਜੋ ਵੈਲਿਊ ਬਣੀ, ਉਹਨਾਂ ਦੋਨਾਂ ਦਾ ਡਿਫਰੈਂਸ ਜੋ ਆਊਗਾ ਉਹ ਬਣ ਜੂਗੀ ਵੈਲਿਊ। ਠੀਕ ਹੈ। ਜੇ ਰਜਿਸਟਰਡ ਹੈਗਾ ਫਿਰ ਨਾਰਮਲ ਰੂਲ ਅਪਲਾਈ ਹੋਣਗੇ ਵੈਲਿਊਏਸ਼ਨ ਵਾਲੇ। ਇਹ ਮੈਂ ਤੁਹਾਨੂੰ ਪੜ੍ਹ ਦੇਣਾ ਲੈਂਗੁਏਜ ਕੀ ਹੈਗੀ ਹੈ। ਹਾਊਐਵਰ, if the defaulting borrower is registered, repossessing lender agency will discharge DST at the supply value without reduction of the actual or notional purchase value। ठीक है ना, रजिस्टर्ड 'ਚ ਕੰਮ ਨਹੀਂ ਹੋਊਗਾ, ਅਨਰਜਿਸਟਰਡ 'ਚ ਹੋਊਗਾ। ਸਮਝ ਆ ਗਿਆ। ਹੁਣ ਜਦੋਂ ਤੁਸੀਂ ਪੜ੍ਹੋਗੇ ਨਾ ਸੈਕਸ਼ਨ ਨੂੰ, ਫਿਰ ਤੁਹਾਨੂੰ ਇਹਦੀ ਕਲੈਰਿਟੀ ਹੋ ਜਾਏਗੀ ਕਿ ਲਿਖਿਆ ਕੀ ਹੈ ਐਕਚੁਅਲ 'ਚ। ਠੀਕ ਹੈ। ਦੈਨ ਹੈਗਾ ਰਿਡੀਮੇਬਲ, ਜਿਹੜੇ ਵਾਊਚਰਸ ਨੇ ਜਾਂ ਸਟੈਂਪਸ ਨੇ ਜਾਂ ਹੋਰ ਇੱਦਾਂ ਦੀ ਚੀਜ਼ਾਂ ਹੁੰਦੀਆਂ, ਉਹਦੇ 'ਚ ਬਿਲਕੁਲ ਸਿੰਪਲ ਯਾਦ ਰੱਖੋ ਕਿ ਜੋ ਰਿਡੀਮਡ ਅਮਾਊਂਟ ਹੈ ਨਾ ਉਹੀ ਵੈਲਿਊ ਹੈ, ਜਿੰਨੇ ਦਾ ਉਹ ਵਾਊਚਰ ਰਿਡੀਮ ਹੋਇਆ ਉਹ ਅਮਾਊਂਟ ਹੈ। ਸਿੰਪਲ, ਕੋਈ ਇਹ 'ਚ ਕਨਫਿਊਜ਼ਨ ਕਰਨ ਦੀ ਲੋੜ ਨਹੀਂ। ਠੀਕ ਹੈ ਨਾ। ਮੈਂ ਤੁਹਾਨੂੰ ਪੜ੍ਹ ਦੇਣਾ ਕੀ ਲਿਖਿਆ। ਵੈਲਿਊ ਆਫ ਅ ਟੋਕਨ ਔਰ ਅ ਵਾਊਚਰ ਆਫ ਅ ਕੂਪਨ ਔਰ ਅ ਸਟੈਂਪ ਅਦਰ ਦੈਨ ਪੋਸਟੇਜ ਸਟੈਂਪ ਵਿਚ ਇਜ਼ ਰਿਡੀਮੇਬਲ ਅਗੇਂਸਟ ਦ ਸਪਲਾਈ ਆਫ ਗੁੱਡਸ ਔਰ ਸਰਵਿਸ ਆਫ ਬੋਥ shall be equal to the money value of goods and services of both redeemable
against such token, voucher, coupon or stamp. Clear, right? ਹੁਣ ਆਪਾਂ ਪੜ੍ਹ ਲੈਂਦੇ ਹਾਂ ਪਿਓਰ ਏਜੰਟ ਦਾ ਕੰਸੈਪਟ ਕੀ ਹੈ। ਪਿਓਰ ਏਜੰਟ ਦਾ ਦੇਖੋ ਕੰਸੈਪਟ ਕੀ ਹੁੰਦਾ ਹੈ। ਮੈਂ ਇੱਕ ਸਿੰਪਲ ਜਿਹੀ ਐਗਜ਼ਾਮਪਲ ਕੋਟ ਕਰਦਾ। ਇੱਕ ਫਰਮ ਨੇ ਇੱਕ ਸੀਏ ਨੂੰ ਹਾਇਰ ਕੀਤਾ, ਠੀਕ ਹੈ, ਇੱਕ ਫਰਮ ਨੇ ਇੱਕ ਸੀਏ ਨੂੰ ਹਾਇਰ ਕੀਤਾ। ਜਦੋਂ ਫਰਮ ਨੇ ਸੀਏ ਨੂੰ ਹਾਇਰ ਕੀਤਾ ਤਾਂ ਉਹਨਾਂ ਦਾ ਐਗਰੀਮੈਂਟ ਹੋ ਗਿਆ ਕਿ ਜੀ ਤੁਸੀਂ ਸਾਡਾ ਸਾਰਾ ਕੰਮ ਦੇਖੋਗੇ GST ਦਾ, ਐਂਡ ਵੀ ਵਿਲ ਪੇ ਯੂ 50,000 ਰੁਪੀਜ਼, ਠੀਕ ਹੈ। ਸਾਰਾ ਐਗਰੀਮੈਂਟ ਹੋ ਗਿਆ, ਕੰਮ ਚੱਲ ਰਿਹਾ ਸੀਗਾ। ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਦਿਨ ਸੀਏ ਰਿਟਰਨ ਭਰ ਰਿਹਾ ਸੀਗਾ ਫਰਮ ਦੀ, ਤਾਂ ਉਹਨੇ ਦੇਖਿਆ ਕਿ 5,000 ਰੁਪਇਆ ਕੈਸ਼ ਪੇਮੈਂਟ ਹੋਣੀ ਹੈ। ਉਸ ਸੀਏ ਨੇ ਉਹ ਕੈਸ਼ ਪੇਮੈਂਟ ਆਪਣੇ ਆਪ ਕਰਤੀ, ਫਰਮ ਤੋਂ ਪੈਸੇ ਨਹੀਂ ਲਏ, ਆਪਣੇ ਆਪ ਕਰਤੀ। ਤਾਂ ਜੇ ਉਹ ਉਸ 5,000 ਰੁਪਏ ਭਰੇ ਦੇ ਉੱਤੇ ਕੋਈ ਫੀਸ ਚਾਰਜ ਨਹੀਂ ਕਰਦਾ ਤਾਂ ਉਹ ਉਸ ਐਕਟ ਵਾਸਤੇ ਇੱਕ ਪਿਓਰ ਏਜੰਟ ਮੰਨਿਆ ਜਾਂਦਾ, ਠੀਕ ਹੈ। ਤਾਂ ਉਹ ਜਿਹੜਾ 5,000 ਰੁਪਇਆ ਹੈਗਾ, ਉਹ 5,000 ਰੁਪਇਆ ਵੈਲਿਊ ਆਫ ਸਪਲਾਈ 'ਚ ਐਡ ਨਹੀਂ ਕੀਤਾ ਜਾਏਗਾ, ਠੀਕ ਹੈ। ਉਹਦੇ ਸ਼ਰਤ ਇੱਕੋ ਹੀ ਹੈ ਕਿ ਜਦੋਂ ਉਹ ਬੰਦਾ ਸੀਏ ਫਰਮ ਤੋਂ ਪੈਸੇ ਲਊਗਾ ਤਾਂ 5,000 ਰੁਪਇਆ ਹੀ ਲਊਗਾ ਜਿਹੜਾ ਉਹਨੇ ਪੇ ਕੀਤਾ। ਉਹ 5,000 ਦੇ ਉੱਪਰ ਕੋਈ ਫੀਸ ਚਾਰਜ ਨਹੀਂ ਕਰੂਗਾ ਕਿ ਮੈਂ ਤੁਹਾਡੇ ਵਿਆਹ 'ਤੇ ਪੇਮੈਂਟ ਕੀਤੀ। ਇਹ ਕੰਸੈਪਟ ਹੈ ਪਿਓਰ ਏਜੰਟ ਦਾ। ਸੋ ਪਿਓਰ ਏਜੰਟ ਦੇ ਅੰਦਰ ਜਿਹੜਾ ਐਕਟ ਹੈ ਐਜ਼ ਅ ਪਿਓਰ ਏਜੰਟ, ਉਸ ਐਕਟ ਵਾਸਤੇ ਤੁਸੀਂ ਜੇ ਕੋਈ ਚਾਰਜ ਨਹੀਂ ਕੀਤਾ ਤਾਂ ਉਹ ਤੁਹਾਡੀ ਵੈਲਿਊ ਆਫ ਸਪਲਾਈ 'ਚ ਐਡ ਨਹੀਂ ਹੋਏਗਾ। ਇੱਕ ਪੰਜਾਬੀ 'ਚ ਸਿੰਪਲ ਕੰਸੈਪਟ ਇਹ ਹੈ। ਹੁਣ ਮੈਂ ਤੁਹਾਨੂੰ ਇਹਦੀ ਲੈਂਗੁਏਜ ਸਮਝਾ ਦਿੰਦਾ ਕੀ ਲਿਖਿਆ ਹੋਇਆ, ਠੀਕ ਹੈ। Subject to the fulfillment of certain conditions, the expenditure and the cost incurred by a supplier as a pure agent of the recipient of supply of services has to be excluded from the value of supply, ठीक है। ਇਹਦੀ एग्जाम्पल ਇੱਕ ਦਿੱਤੀ ਹੋਈ ਹੈ, ਮੈਂ ਤੁਹਾਨੂੰ ਉਹ ਪੜ੍ਹ ਕੇ ਸੁਣਾ ਦਿੰਦਾ। Corporate services firm A is engaged to handle the legal work pertaining to the incorporation of company B, ठीक है। Other than its service fee, A also recovers from B registration fee, approval fee for the name of the company paid to the registrar of the company. The fee charged by the registrar of the company, registration approval for the name are compulsory levied on B. A merely acting as a pure agent in the payment of those fees. Therefore, A recovery of such expenses is disbursement and not part of value of supply made by A to B. ਇਹ ਕੀ ਕਹਿ ਰਹੇ ਨੇ? ਇਹ ਕਹਿੰਦੇ ਇੱਕ ਕੰਪਨੀ ਹੈਗੀ, ਕਾਰਪੋਰੇਟ ਸਰਵਿਸਿਜ਼ ਦੀ ਕੰਪਨੀ ਹੈ ਜਿਹੜੀ ਕਿ ਕੰਪਨੀਆਂ ਨੂੰ ਰਜਿਸਟਰ ਕਰਦੀ ਹੈ, ਠੀਕ ਹੈ। ਉਹਨਾਂ ਦਾ ਕਲਾਇੰਟ ਸੀਗਾ B। ਉਹਨਾਂ ਨੇ ਜਿਹੜੀ ਕੋਈ ਫੀਸ ਸੀਗੀਆਂ ਰਜਿਸਟਰਾਰ ਕੰਪਨੀ ਦੀਆਂ ਉਹ ਪੇ ਕੀਤੀਆਂ ਫॉर ਗੈਟਿੰਗ ਦ ਫਰਮ ਰਜਿਸਟਰਡ, ਅਤੇ ਉਨੇ ਹੀ ਪੈਸੇ ਚਾਰਜ ਕੀਤੇ ਜਿੰਨੀਆਂ ਉਹਨਾਂ ਨੇ ਫੀਸ ਪੇ ਕੀਤੀਆਂ। ਕੋਈ ਆਪਣਾ ਉਹਨਾਂ ਨੇ ਉਹ 'ਚੋਂ ਕੰਸੀਡਰੇਸ਼ਨ ਨਹੀਂ ਲਿਆ। ਤਾਂ ਉਹ ਉਹਨਾਂ ਨੇ ਕੰਮ ਕੀਤਾ ਐਜ਼ ਅ ਪਿਓਰ ਏਜੰਟ, ਤਾਂ ਉਹ ਉਹਨਾਂ ਦੀ ਵੈਲਿਊ ਆਫ ਸਪਲਾਈ 'ਚ ਐਡ ਨਹੀਂ ਹੋਏਗਾ। ਜਿੱਦਾਂ ਕਿ ਸੀਏ ਨੇ ਫਰਮ ਦੇ ਬਿਹਾਫ 'ਤੇ ਪੈਸੇ ਪੇ ਕਰਤੇ ਸੀਗੇ, ਪਰ ਉਹਨੇ ਬਾਅਦ ਵਿੱਚ ਸਿਰਫ ਉਹ ਪੈਸੇ ਹੀ ਲਏ, ਉਹਦੇ ਉੱਤੇ ਨੇ ਕੋਈ ਫੀਸ ਚਾਰਜ ਨਹੀਂ ਕੀਤੀ। ਤਾਂ ਇਹ ਕੰਸੈਪਟ ਹੈਗਾ ਪਿਓਰ ਏਜੰਟ ਦਾ। ਜਿਹੜਾ ਵੀ ਐਕਟ ਐਜ਼ ਅ ਪਿਓਰ ਏਜੰਟ ਬੰਦਾ ਕਰੂਗਾ ਤਾਂ ਉਸ ਚੀਜ਼ ਨੂੰ ਵੈਲਿਊ ਆਫ ਸਪਲਾਈ 'ਚ ਐਡ ਨਹੀਂ ਕੀਤਾ ਜਾਏਗਾ। ਇਹ ਪਿਓਰ ਏਜੰਟ ਦਾ ਕੰਸੈਪਟ ਹੈ। ਕਲੀਅਰ? ਫਿਰ ਆਪਾਂ ਨੈਕਸਟ ਆ ਗਏ ਰੇਟ ਆਫ ਐਕਸਚੇਂਜ ਆਫ ਕਰੰਸੀ ਅਦਰ ਦੈਨ ਇੰਡੀਅਨ ਰੁਪੀਜ਼ ਫॉर ਡਿਟਰਮੀਨੇਸ਼ਨ ਆਫ ਵੈਲਿਊ। ਇਹ ਬਿਲਕੁਲ ਸਿੰਪਲ ਹੈ। ਜਦੋਂ ਕੋਈ ਮੰਨ ਲਓ ਕੋਈ ਇੰਪੋਰਟ ਹੋਈ ਹੈਗੀ ਹੈ ਤਾਂ ਉਹਦੇ ਅੰਦਰ ਜਿਹੜਾ ਰੇਟ, ਜਿਹੜਾ ਕਰੰਸੀ ਰੇਟ ਡਿਫਾਈਨਡ ਹੈ ਕਿਸੇ ਹੋਰ ਕਰੰਸੀ ਦਾ ਹੈਗਾ, ਤਾਂ ਉਹਦੇ ਅੰਦਰ ਆਪਾਂ ਡਿਟਰਮਿਨ ਕਰਨਾ ਹੈਗਾ ਇੰਡੀਅਨ ਕਰੰਸੀ ਦੇ ਅਕੋਰਡਿੰਗਲੀ ਵੈਲਿਊ ਕੀ ਹੈਗੀ ਹੈ। ਤਾਂ ਉਹਦੇ ਉੱਪਰ ਆਪਾਂ ਦੇਖਾਂਗੇ ਕਿ CBIC ਦੇ ਉੱਤੇ ਜਿਹੜੀ ਆਪਣੀ ਮੈਂਸ਼ਨ ਰੇਟ ਕੀ ਹੈਗਾ ਉਸ ਕਰੰਸੀ ਦਾ, ਉਹਦੇ ਅਕੋਰਡਿੰਗਲੀ ਹੋ ਜਾਏਗਾ। ਜਾਂ ਜਿਹੜੇ ਆਪਣੇ ਸਰਵਿਸਿਜ਼ ਨੇ ਉਹਦੇ ਅੰਦਰ ਹੈਗਾ GAAP ਜਨਰਲਾਈਜ਼ ਅਕਾਊਂਟਿੰਗ ਐਗਰੀਬਲ ਜਿਹੜੇ ਹੈਗੇ ਨੇ ਪੈਕਟਸ ਹੁੰਦੇ ਨੇ, ਉਹਦੇ ਅਕੋਰਡਿੰਗਲੀ ਮਤਲਬ ਹੁੰਦਾ ਹੈਗਾ। ਤਾਂ ਇਹ ਤੁਸੀਂ ਪੜ੍ਹ ਲਓਗੇ, ਬੜਾ ਸਿੰਪਲ ਜਿਹਾ ਰੂਲ ਹੈਗਾ ਇਹ, ਇਟਸ ਵੈਰੀ ਈਜ਼ੀ। ਯੂ ਜਸਟ ਹੈਵ ਟੂ ਕਨਵਰਟ ਦ ਵੈਲਿਊ ਆਫ ਦ ਗੁਡਸ ਫਰੋਮ ਐਨ ਫੋਰਨ ਕਰੰਸੀ ਟੂ ਇੰਡੀਅਨ ਕਰੰਸੀ ਬਾਏ ਦ ਜਿਹੜੇ ਉਹਨਾਂ ਦੇ ਐਕਸਚੇਂਜ ਰੇਟਸ ਹੈਗੇ ਨੇ। ਉਹ ਸਿੰਪਲ, ਬਿਲਕੁਲ ਸਿੰਪਲ ਹੈ ਲੈਂਗੁਏਜ। ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਹੈਗਾ। ਕੁਛ ਹੈ ਨਹੀਂ, ਬਿਲਕੁਲ ਸਿੰਪਲ ਹੈਗਾ। ਬੇਸਿਕਲੀ ਇਹ ਧਿਆਨ ਰੱਖਿਓ ਕਿ ਇੱਕ ਨੋਟੀਫਿਕੇਸ਼ਨ ਆਈ ਸੀਗੀ, ਨੋਟੀਫਿਕੇਸ਼ਨ ਨੰਬਰ 7/2017, ਉਹਦੇ 'ਚ ਚੇਂਜ ਹੋਇਆ ਸੀਗਾ। ਉਹ ਤੁਸੀਂ ਇੱਕ ਵਾਰੀ ਪੜ੍ਹ ਕੇ ਧਿਆਨ ਰੱਖਿਓ, ਉਹ ਇੱਕ ਵਾਰ ਦੇਖ ਲਿਓ।
ठीक है, दैट इज ऑल अबाउट इट। ठीक है, then the last rule, that is rule number 35, it is very simple rule, it basically says ਕਿ ਜਿੱਥੇ ਕਿਤੇ ਸਾਡੇ ਕੋਲ ਸਪਲਾਈ ਦੀ ਜਿਹੜੀ ਵੈਲਿਊ ਹੈਗੀ ਉਹ 'ਚ GST ਰੇਟ ਅੰਦਰ ਹੈ ਤਾਂ ਸਾਨੂੰ ਉਹਦੇ ਚੋਂ ਉਹਨੂੰ ਬਾਹਰ ਕੰਪੋਨੈਂਟ ਕਿਵੇਂ ਕੱਢਣਾ ਹੈ, ਵੈਲਿਊ ਪਿਓਰ ਵੈਲਿਊ ਆਫ ਸਪਲਾਈ ਕਿਵੇਂ ਕੱਢਣੀ ਹੈ। ਇਹਦੇ 'ਚ ਇੱਕ ਫਾਰਮੂਲਾ ਦਿੱਤਾ ਹੋਇਆ, ਦੈਟ ਇਜ਼ ਅ ਪਿਓਰਲੀ ਅਰਿਥਮੈਟਿਕ ਫਾਰਮੂਲਾ। ਤੁਸੀਂ ਇਹਨੂੰ ਰੂਲ ਨੰਬਰ 35 ਨੂੰ ਪੜ੍ਹੋ, ਉਹ ਜਸਟ ਇੱਕ ਫਾਰਮੂਲਾ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਫਾਰਮੂਲਾ ਕੀ ਹੈਗਾ। ਇਟ ਸੇਜ਼ ਦ ਟੈਕਸ ਅਮਾਊਂਟ ਇਜ਼ ਇਕੁਅਲ ਟੂ value inclusive of the tax into the GST tax rate divided by 100 plus sum of the GST tax rates। ਬਿਲਕੁਲ ਸਿੰਪਲ ਹੈ, ਮਤਲਬ ਬੇਸਿਕ ਅਰਿਥਮੈਟਿਕ ਫਾਰਮੂਲਾ ਜਿਹੜਾ 7th 8th ਕਲਾਸ 'ਚ ਪੜ੍ਹਦੇ ਹਾਂ ਆਪਾਂ, ਉਹੀ ਹੈਗਾ। ਅਤੇ ਦਿਸ ਇਜ਼ ਵਾਟ ਵੈਲੂਏਸ਼ਨ ਇਜ਼ ਆਲ ਅਬਾਊਟ। ਹੁਣ ਇਹ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਕੰਪਲੈਕਸਿਟੀ ਹੈਗੀਆਂ ਨੇ, ਬਟ ਤੁਸੀਂ ਇਹਨੂੰ ਪਹਿਲਾਂ ਥੋੜ੍ਹਾ ਮਤਲਬ ਇੱਕ ਦੋ ਵਾਰੀ ਸਮਝੋਗੇ ਪੜ੍ਹੋਗੇ ਤਾਂ ਇਹ ਮਤਲਬ ਲਰਨ ਹੋ ਜਾਂਦਾ। ਇਟ ਇਜ਼ ਨਾਟ ਦੈਟ ਟਫ ਟੂ ਮੈਮੋਰਾਈਜ਼। ਸੋ I hope you like the video, and I will now next I will share the video on the construction sector, real estate sector, in another 3-4 days. So take care and bye bye.